ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ HSN TV। ਮੈਂ ਹਾਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਚੰਗੇਰ ਔਰ ਬਹੁਤ ਸਾਰੇ ਮੁੱਦਿਆਂ ਤੇ ਅੱਜ ਅਸੀਂ ਗੱਲ ਕਰਨੀ ਹੈ ਔਰ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਬਲਜੀਤ ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਲਜੀਤ ਜੀ, ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਤੁਹਾਡਾ। ਵੰਦਨਾ ਜੀ, ਸ਼ੁਕਰੀਆ। HSN TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸੋ ਬਹੁਤ ਸਾਰੀਆਂ ਖਬਰਾਂ ਦੀ ਖਬਰ ਲੈਣੀ ਜ਼ਰੂਰੀ ਹੈ, ਬਹੁਤ ਸਾਰੇ ਮੁੱਦਿਆਂ ਤੇ ਗੱਲ ਕਰਨੀ ਜ਼ਰੂਰੀ ਹੈ। ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਬਾਰੇ। ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਕੱਲ ਉਹਨਾਂ ਨੇ ਮੱਥਾ ਟੇਕਿਆ ਔਰ ਉਹਨਾਂ ਨੇ ਕਿਹਾ ਕਿ ਸਿਆਸਤ ਦੀ ਗੱਲ ਜਿਹੜੀ ਆ ਉਹ ਨਹੀਂ ਕਰਨਗੇ। ਕਿਸ ਤਰ੍ਹਾਂ ਦੀ ਸਿਆਸਤ ਉਹ ਕਰਕੇ ਗਏ ਨੇ, ਇਸ ਬਾਰੇ ਗੱਲ ਕਰਾਂਗੇ। ਗੱਲ ਇਸ ਦੇ ਨਾਲ ਹੀ ਅਸੀਂ ਕਰਾਂਗੇ ਰਾਮ ਰਹੀਮ ਮਾਮਲੇ ਦੇ ਵਿੱਚ, ਜਿੱਥੇ ਰਣਜੀਤ ਸਿੰਘ ਕਤਲकांड ਮਾਮਲੇ ਦੇ ਵਿੱਚ ਸਜ਼ਾ ਜਿਹੜੀ ਕੱਲ ਹੋਣੀ ਸੀ ਉਹ 18 ਤਰੀਕ ਨੂੰ ਸਜ਼ਾ ਜਿਹੜੀ ਆ ਹੋ ਸਕਦੀ ਹੈ। ਹੁਣ ਉਸ ਬਾਰੇ ਗੱਲ ਕਰਾਂਗੇ। ਨਵਜੋਤ ਸਿੱਧੂ ਨੂੰ ਦਿੱਲੀ ਤਲਬ ਕੀਤਾ ਗਿਆ, ਇਸ ਬਾਰੇ ਵੀ ਗੱਲ ਕਰਾਂਗੇ ਔਰ ਇਸ ਦੇ ਨਾਲ ਹੀ ਗੱਲ ਕਰਾਂਗੇ ਉਹਨਾਂ ਵਾਅਦਿਆਂ ਬਾਰੇ, ਉਹਨਾਂ ਫਰੇਬਾਂ ਬਾਰੇ ਜੋ ਕਿ 2017 ਦੇ ਵਿੱਚ ਕੀਤੇ ਗਏ ਸੀ ਕਾਂਗਰਸ ਸਰਕਾਰ ਦੇ ਵੱਲੋਂ ਔਰ ਉਸ ਵੇਲੇ ਦੇ ਜਿਹੜੇ ਉਮੀਦਵਾਰ ਸੀ ਮੁੱਖ ਮੰਤਰੀ ਅਹੁਦੇ ਦੇ ਉਹਨਾਂ ਦੇ ਵੱਲੋਂ ਜਿਹੜੇ ਕੀਤੇ ਗਏ ਸੀ, ਉਸ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਬਲਜੀਤ ਸਿੰਘ ਜੀ, ਗੱਲ ਕਰਾਂਗੇ ਅਸੀਂ ਅਰਵਿੰਦ ਕੇਜਰੀਵਾਲ ਦੀ ਫੇਰੀ ਬਾਰੇ। ਕੱਲ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਮੱਥਾ ਟੇਕਦੇ ਨੇ ਔਰ ਕਹਿੰਦੇ ਨੇ ਕਿ ਸਿਆਸਤ ਦੀ ਕੋਈ ਗੱਲ ਨਹੀਂ ਕਰਨੀ, ਸਿਰਫ ਮੱਥਾ ਟੇਕਣ ਆਇਆ। ਕੁਝ ਸਮਾਂ ਪਹਿਲੇ ਉਹਨਾਂ ਨੇ ਕਿਹਾ ਸੀ ਕਿ CM ਦਾ ਜਿਹੜਾ ਚਿਹਰਾ ਹੋਏਗਾ ਆਮ ਆਦਮੀ ਪਾਰਟੀ ਵੱਲੋਂ ਸਿਰਫ ਸਿੱਖ ਚਿਹਰਾ ਹੋਏਗਾ ਔਰ ਹੁਣ ਉਹ ਮੰਦਿਰ ਦੇ ਵਿੱਚ ਮੱਥਾ ਟੇਕਦੇ ਨਜ਼ਰ ਆ ਰਹੇ ਨੇ ਔਰ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੀ ਰਾਹ ਤੇ ਤੁਰਦੇ ਨਜ਼ਰ ਆ ਰਹੇ ਨੇ ਕਿ ਡਰ ਗਏ ਕਿ ਹਿੰਦੂ ਵੋਟ ਨਾ ਕਿਤੇ ਹੱਥੋਂ ਚਲੀ ਜਾਵੇ। ਵੰਦਨਾ ਜੀ, ਸਮਝਣ ਵਾਲੀ ਜਿਹੜੀ ਸਭ ਤੋਂ ਅਹਿਮ ਗੱਲ ਆ ਉਹ ਇਹ ਹੈ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਨਾ, ਇਹ ਫਿਰ ਸਾਰੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਜੀ ਔਰ ਉੱਥੇ ਜਾ ਕੇ ਜਦੋਂ ਇਹਨਾਂ ਨੂੰ ਪੱਤਰਕਾਰ ਪੁੱਛਦੇ ਆ ਕਿ ਤੁਸੀਂ ਸਿਆਸਤ ਬਾਰੇ ਕੋਈ ਦੱਸੋ, ਤੁਹਾਡੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ, ਔਰ ਚੋਣਾਂ ਦੇ ਇਸ ਦੌਰ ਦੇ ਵਿੱਚ ਜਦੋਂ ਕਿ ਹੁਣ ਚੋਣਾਂ 3 ਮਹੀਨੇ ਦਾ ਸਮਾਂ ਕਰੀਬ ਰਹਿ ਗਿਆ ਔਰ ਇਹਦੇ ਵੇਲੇ ਦੇ ਸੰਬੰਧ ਵਿੱਚ ਤੁਹਾਡੀ ਰਣਨੀਤੀ ਕੀ ਹੈ, ਤਾਂ ਫਿਰ ਇਹ ਕਹਿੰਦੇ ਜੀ ਅਸੀਂ ਸਿਆਸੀ ਬਿਆਨ ਕੋਈ ਨਹੀਂ ਦੇਣਾ, ਪਰ ਡੇਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਤੀਰਥ ਸਥਾਨਾਂ ਦੇ ਵਿੱਚ, ਬੂਬਨਿਆਂ ਦੇ ਕੋਲੇ ਡੰਡੌਤ ਬੰਦਨਾ ਕਰਨਾ, ਇਹ ਸਾਰਾ ਕੁਝ ਸਿਆਸਤ ਦਾ ਹਿੱਸਾ ਹੁੰਦਾ ਜੀ। ਔਰ ਡੇਰਿਆਂ ਦੇ ਵਿੱਚ ਜਾਂ ਮੰਦਿਰਾਂ ਦੇ, ਗੁਰਦੁਆਰਿਆਂ ਦੇ ਵਿੱਚ ਜਾਣ ਦਾ ਇਹਨਾਂ ਨੂੰ ਸੁਭਾਗ ਉਦੋਂ ਹੀ ਪ੍ਰਾਪਤ ਹੁੰਦਾ ਜਦੋਂ ਚੋਣਾਂ ਸਿਰ ਤੇ ਹੁੰਦੀਆਂ ਨੇ ਜੀ। ਪਰ ਉਹਦੇ ਪਿੱਛੇ ਜਿਹੜੀ ਮਾਨਸਿਕਤਾ ਕੰਮ ਕਰਦੀ ਆ ਉਹ ਇਹ ਹੁੰਦੀ ਹੈ ਕਿ ਜਿਸ ਵਰਗ ਦਾ ਕੋਈ ਧਾਰਮਿਕ ਸਥਲ ਹੈ ਜਾਂ ਇਬਾਦਤਗਾਹ ਹੈ, ਉਸ ਸਥਲ ਨਾਲ ਜੁੜੇ ਹੋਏ, ਉਸ ਇਬਾਦਤਗਾਹ ਨਾਲ ਜੁੜੇ ਹੋਏ ਲੋਕ ਜਾਂ ਸ਼੍ਰੇਣੀਆਂ, ਉਹਨਾਂ ਨੂੰ ਆਪਣੇ ਵੱਸ 'ਚ ਕੀਤਾ ਜਾਵੇ। ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਹੈ ਜਦੋਂ ਕਿਸੇ ਖਾਸ ਡੇਰੇ ਜਾਂਦੇ ਕਿ ਜੀ ਦੇਖੋ ਮਤਲਬ ਇਹ ਕਿੰਨੇ ਮਤਲਬ ਸਾਡੇ ਧਰਮ ਨਾਲ ਜੁੜੇ ਹੋਏ ਨੇ ਜਾਂ ਸਾਡੇ ਡੇਰੇ ਨੂੰ ਮੰਨਣ ਵਾਲੇ ਨੇ, ਪਰ ਮਨੋਰਥ ਸਿਆਸਤ ਹੁੰਦਾ। ਹੁਣ ਇਹਨਾਂ ਦੀ ਜਿਹੜੀ ਇਹ ਫੇਰੀ ਹੈ, ਪੰਜਾਬ ਫੇਰੀ ਹੈ, ਇਹ ਤੀਜੀ ਫੇਰੀ ਹੈ ਜੀ। ਔਰ ਤੁਸੀਂ ਵੇਖਿਆ ਹੋਣਾ ਇਹਦਾ ਅਹਿਮ ਪੱਖ ਕੀ ਹੈ ਕਿ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਹੁੰਚਦੇ ਨੇ ਤਾਂ ਉੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਰਦਾਰ ਜਰਨੈਲ ਸਿੰਘ ਜੀ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਮੌਜੂਦ ਨੇ ਔਰ ਹੋਰ ਵੀ ਕਈ ਕਾਰਜਕਰਤਾ ਮੌਜੂਦ ਨੇ, ਲੇਕਿਨ ਉੱਥੇ ਭਗਵੰਤ ਮਾਨ ਨਹੀਂ ਹੈ। ਭਗਵੰਤ ਮਾਨ ਕਿਉਂ ਗੈਰ ਹਾਜ਼ਰ ਹੈ? ਉਹ ਮੈਂਬਰ ਪਾਰਲੀਮੈਂਟ ਹੈ ਔਰ ਪੰਜਾਬ ਦਾ ਉਹ ਪ੍ਰਧਾਨ ਹੈ। ਉਹ ਕਈ ਵਾਰੀ ਇਹ ਗਿਲਾ ਕਰ ਚੁੱਕਿਆ, ਹਰ ਵਾਰੀ ਸੋਸ਼ਲ ਮੀਡੀਆ ਤੇ ਜਿਹੜੇ ਉਹਦੇ ਕਰਿੰਦੇ ਨੇ ਜਾਂ ਉਹਦਾ IT ਸੈੱਲ ਹੈ ਉਹ ਇਹ ਖਬਰ ਪਾ ਆਉਂਦਾ ਕਿ ਜੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਕਿ ਭਗਵੰਤ ਮਾਨ ਹੀ ਜਿਹੜੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਜਦੋਂ ਹੁਣ ਸੰਨ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਲੇਕਿਨ ਫਿਰ ਉਹ ਸਾਰੀ ਕੜੀ ਘੁਲ ਜਾਂਦੀ ਹੈ, ਫਿਰ ਉਹਦਾ ਖ਼ਾਬ ਟੁੱਟ ਜਾਂਦਾ, ਫਿਰ ਉਹਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ, ਫਿਰ ਉਹ ਮਨਮੁਟਾਵ ਸ਼ੁਰੂ ਹੋ ਜਾਂਦਾ, ਫਿਰ ਉਹ ਮੂੰਹ ਬਣਾ ਲੈਂਦਾ, ਫਿਰ ਉਹ ਚੁੱਪ ਕਰ ਜਾਂਦਾ, ਖਾਮੋਸ਼ ਹੋ ਜਾਂਦਾ। ਉਸ ਤੋਂ ਬਾਅਦ ਫਿਰ ਉਹ ਅਰਵਿੰਦ ਕੇਜਰੀਵਾਲ ਜੀ ਆਉਂਦੇ ਨੇ, ਉਹਨਾਂ ਦੇ ਨਾਲ ਚਲਾ ਜਾਂਦਾ, ਫਿਰ ਚੰਡੀਗੜ੍ਹ ਆਏ, ਫਿਰ ਉਹ ਅੰਮ੍ਰਿਤਸਰ ਆਏ, ਮਤਲਬ ਪਰ ਉਹ ਇਹਨਾਂ ਨੇ ਐਲਾਨ ਨਹੀਂ ਕੀਤਾ। ਇੱਕੋ ਗੱਲ ਕਹੀ ਜਿਵੇਂ ਤੁਸੀਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਸਾਹਿਬੇ ਕਿਰਦਾਰ ਹੋਵੇਗਾ, ਬਾਜ਼ਮੀਰ ਹੋਵੇਗਾ, ਇਮਾਨਦਾਰ ਹੋਵੇਗਾ ਔਰ ਪੰਜਾਬ ਦੇ ਲੋਕ ਉਹਨੂੰ ਚਾਹੁੰਦੇ ਹੋਣਗੇ, ਇਹੀ ਕਹਿੰਦੇ ਆ ਨਾ। ਆਹ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਕਿ ਦੇਵੀ ਤਲਾਬ ਮੰਦਿਰ ਵਿੱਚ ਆ ਕੇ ਉਹਨਾਂ ਦਾ ਪੂਜਾ ਅਰਚਨਾ ਕਰਨਾ, ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਹਿੰਦੂ ਕੋਈ ਐਸਾ ਵਿਅਕਤੀ ਜਿਹਨੂੰ ਆਪਾਂ ਸਤਿਕਾਰਤ ਵਿਅਕਤੀਤਵ ਵਾਲਾ ਵਿਅਕਤੀ ਸਮਝਦੇ ਹਾਂ, ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋ ਸਕਦਾ ਹੈ। ਸੋ ਇਹ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਕਿ ਇਹ ਮੈਂ ਕੋਈ ਸਿਆਸੀ ਬਿਆਨ ਨਹੀਂ ਦੇਣਾ, ਪਰ ਇਹ ਦੇਵੀ ਤਲਾਬ ਮੰਦਿਰ ਦੇ ਵਿੱਚ ਉਹਨਾਂ ਦੀ ਫੇਰੀ ਹੈ ਜਿਹੜੀ, ਇਹ ਨਿਰੋਲ ਸਿਆਸੀ ਹੈ ਔਰ ਉੱਥੇ ਇਹ ਮਾਪਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਹਿੰਦੂ ਸ਼੍ਰੇਣੀਆਂ ਨੇ ਉਹਨਾਂ ਦੀ ਮਾਨਸਿਕਤਾ ਕੀ ਕਹਿੰਦੀ ਹੈ ਵੋਟਾਂ ਨੂੰ ਲੈ ਕੇ। ਤਾਂ ਇਹ ਸਾਰੇ ਤੋਲ ਤੁਕਾਂਤ ਨੇ ਜਿਹੜੇ
ਇਹ ਮਨ 'ਚ ਵਸਾਏ ਜਾ ਰਹੇ ਨੇ, ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਪੰਜਾਬ ਵਿੱਚ ਵੱਖੋ ਵੱਖਰੀਆਂ ਸ਼੍ਰੇਣੀਆਂ ਦੇ ਜਿਹੜੇ ਵੋਟ ਬੈਂਕ ਨੇ ਉਹ ਕਿੱਥੇ ਖੜੇ ਨੇ ਜੀ ਔਰ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਨਜ਼ਦੀਕ ਹੈ। ਜੀ ਉਹੀ ਗੱਲ ਜਿਵੇਂ ਤੁਸੀਂ ਕਿਹਾ ਸੁਖਬੀਰ ਬਾਦਲ ਕਰ ਰਹੇ ਨੇ। ਹਮ। ਤੋ ਇਹ ਸਾਰੇ ਜਿਹੜੇ ਲੋਕ ਨੇ ਇਹਨਾਂ ਦਾ ਕਿਸੇ ਧਾਰਮਿਕ ਸਥਲ ਨਾਲ ਜਾਂ ਕਿਸੇ ਮੰਦਿਰ ਨਾਲ ਜਾਂ ਕਿਸੇ ਪੂਜਾ ਨਾਲ ਜਾਂ ਕਿਸੇ ਅਰਦਾਸ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੁੰਦਾ। ਜੀ ਇਹਨਾਂ ਦਾ ਇੱਕੋ ਇੱਕ ਮਨੋਰਥ ਹੁੰਦਾ ਹੈ, ਸੱਤਾ ਤੇ ਕਾਬਜ਼ ਹੋਣਾ। ਔਰ ਸੱਤਾ ਤੇ ਕਾਬਜ਼ ਹੋਣ ਲਈ ਇਹ ਕਿਤੇ ਵੀ ਡੰਡੌਤ ਬੰਦਨਾ ਕਰ ਸਕਦੇ ਨੇ। ਆਪ ਨੂੰ ਯਾਦ ਹੋਵੇਗਾ ਕਿ ਇੱਕ ਬਿਆਨ ਸੁਖਬੀਰ ਬਾਦਲ ਨੇ ਕਿਹਾ ਦਿੱਤਾ ਉਹ, ਔਰ ਉਹ ਬਿਆਨ ਚਰਚਾ ਦਾ ਵਿਸ਼ਾ ਬਣਿਆ। ਉਹ ਕਹਿੰਦਾ ਵੀ ਮੈਂ ਤਾਂ ਡੇਰਾ ਸੌਦੇ ਦੇ ਕਦੇ ਡੇਰੇ 'ਚ ਗਿਆ ਹੀ ਨਹੀਂ ਸੀ ਜੀ ਔਰ ਮੈਂ ਕਦੇ ਉੱਥੇ ਕੋਈ ਡੰਡੌਤ ਬੰਦਨਾ ਨਹੀਂ ਕੀਤੀ, ਜਦ ਕਿ ਉਹਨਾਂ ਦੇ ਪਿਤਾ ਸਮਾਨ ਜਿਹੜੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਜੀ, ਇਹ ਉੱਥੇ ਉਹ ਜਿਹੜਾ ਮਸਟੰਡਾ ਸਾਧ ਹੈ ਗੁਰਮੀਤ ਰਾਮ ਰਹੀਮ, ਉਹਦੇ ਡੇਰੇ 'ਚ ਬੈਠੇ ਨੇ ਚੌਕੜਾ ਮਾਰ ਕੇ। ਜੀ ਸੋ ਇਹ ਜਿਹੜੇ ਲੋਕ ਹੁੰਦੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਜਾਂ ਲੋਕਾਂ ਨੂੰ ਵਰਗਲਾਉਣ ਵਾਸਤੇ ਜੀ ਧਰਮ ਦਾ ਸਹਾਰਾ ਲੈਂਦੇ। ਜੀ ਸੋ ਚੋਣਾਂ ਤੋਂ ਪਹਿਲੇ ਜਦੋਂ ਵੀ ਗੱਲ ਹੁੰਦੀ ਹੈ ਤਾਂ ਗੱਲ ਚਿਹਰਿਆਂ ਦੀ ਹੁੰਦੀ ਹੈ, ਕਦੀ ਹਿੰਦੂ ਚਿਹਰਾ, ਕਦੀ ਸਿੱਖ ਚਿਹਰਾ, ਕਦੀ ਅਨੁਸੂਚਿਤ ਜਾਤੀ ਦਾ ਚਿਹਰਾ। ਇਹ ਚਾਹੇ ਸਮਾਜ ਦੀ ਗੱਲ ਕਰੀਏ ਚਾਹੇ ਸਿਆਸਤ ਦੀ ਗੱਲ ਕਰੀਏ, ਕਦ ਤੱਕ ਜਿਹੜੀ ਰਾਜਨੀਤੀ ਹੈ, ਸਿਆਸਤ ਹੈ, ਸਮਾਜ ਦੇ ਵਿੱਚ ਵੀ ਔਰ ਸਿਆਸੀ ਜਿਹੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਚਿਹਰਿਆਂ ਤੇ ਹੁੰਦੀ ਰਹੇਗੀ, ਕਿਰਦਾਰ ਤੇ ਕਦ ਆਵਾਂਗੇ? ਕਿਉਂਕਿ ਗੱਲ ਸਿਰਫ ਸਿਆਸੀ ਪਾਰਟੀਆਂ ਦੀ ਨਹੀਂ ਹੈਗੀ, ਗੱਲ ਆਮ ਲੋਕਾਂ ਦੀ ਵੀ ਹੈਗੀ ਹੈ, ਉਹਨਾਂ ਦੀ ਸਮਝ ਦੀ ਵੀ ਹੈਗੀ। ਦੇਖੋ ਵੰਦਨਾ ਜੀ, ਸਭ ਤੋਂ ਵੱਡੀ ਗੱਲ ਜਿਹੜਾ ਸਵਾਲ ਤੁਸੀਂ ਪੁੱਛਿਆ, ਇਹਦੀ ਜਿਹੜੀ ਬੈਕਗ੍ਰਾਉਂਡ ਹੈ ਜਾਂ ਜਿਹੜੀ ਇਹਦੇ ਪਸੇ ਪਰਦਾ ਹਕੀਕਤ ਆ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਇਸ ਮੁਲਕ ਚੋਂ ਅਨਪੜ੍ਹਤਾ ਜੀ ਤੇ ਅੰਧ ਵਿਸ਼ਵਾਸ ਖਤਮ ਨਹੀਂ ਹੁੰਦਾ, ਹਮ। ਉਨੀ ਦੇਰ ਤੱਕ ਜਾਤ ਪਾਤ, ਊਚ ਨੀਚ, ਰੰਗ ਨਸਲ ਦੀਆਂ, ਫਿਰਕਿਆਂ ਦੀਆਂ, ਧਰਮਾਂ ਦੀਆਂ ਦੀਵਾਰਾਂ ਜਿਹੜੀਆਂ ਜੀ ਇਹਨਾਂ ਨੂੰ ਕੋਈ ਨੇਸ ਤੋਂ ਨਾਬੂਦ ਨਹੀਂ ਕਰ ਸਕਦਾ। ਹਮ। ਇਹ ਮਤਲਬ ਹੋਰ ਬੁਲੰਦ ਹੁੰਦੀਆਂ ਜਾਣਗੀਆਂ। ਕੁਝ ਦਾਨਿਸ਼ਮੰਦ ਲੋਕ ਨੇ, ਕੁਝ ਸਿਆਸੀ ਮਾਹਿਰ ਨੇ, ਉਹ ਇਹ ਮੰਨਦੇ ਨੇ ਕਿ ਸਿੱਖਿਆ ਨੂੰ ਜਾਂ ਸਿੱਖਿਆ ਦੇ ਪਾਸਾਰ ਨੂੰ ਜੀ ਉਸ ਨੂੰ ਕਦੇ ਮੁੱਦਾ ਨਹੀਂ ਬਣਾਇਆ ਗਿਆ। ਕਦੇ ਕਿਸੇ ਨੇ ਕਿਹਾ ਕਿ ਅਸੀਂ ਜੇ ਸੱਤਾ ਵਿੱਚ ਆਏ ਤਾਂ ਅਸੀਂ ਪੰਜਾਬ ਦੇ ਵਿੱਚ ਇੰਨੀਆਂ ਸਰਕਾਰੀ ਯੂਨੀਵਰਸਿਟੀਆਂ ਖੋਲਾਂਗੇ। ਜੀ ਕਦੇ ਕਿਸੇ ਨੇ ਕਿਹਾ ਕਿ ਅਸੀਂ ਦੂਰ ਦਰਾਜ਼ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਬੱਚੇ ਕਈ ਮੀਲਾਂ ਦਾ ਸਫ਼ਰ ਕਰਕੇ ਪੜ੍ਹਨ ਜਾਂਦੇ ਨੇ ਜੀ ਉੱਥੇ ਅਸੀਂ ਸਕੂਲ ਖੋਲਾਂਗੇ, ਮਿਆਰੀ ਸਕੂਲ ਖੋਲਾਂਗੇ। ਕਦੇ ਕਿਹਾ ਕਿਸੇ ਨੇ। ਕਦੇ ਕਿਸੇ ਨੇ ਇਹ ਕਿਹਾ ਕਿ ਜਿਹੜੇ ਗਰੀਬ ਬੱਚੇ ਨੇ, ਕਮਜ਼ੋਰ ਆਰਥਿਕ ਸ਼੍ਰੇਣੀਆਂ ਦੇ ਬੱਚੇ ਨੇ, ਜਿਨ੍ਹਾਂ ਕੋਲੇ ਪੜ੍ਹਨ ਵਾਸਤੇ ਕਿਤਾਬਾਂ ਨਹੀਂ, ਪਾਉਣ ਵਾਸਤੇ ਕੱਪੜੇ ਨਹੀਂ, ਫੀਸਾਂ ਦੇਣ ਵਾਸਤੇ ਪੈਸੇ ਨਹੀਂ, ਜੀ ਅਸੀਂ ਉਹਨਾਂ ਦਾ ਮਤਲਬ ਸਾਰਾ ਜਿਹੜਾ ਖਰਚ ਹੈ ਉਹ ਮਾਫ ਕਰਾਂਗੇ। ਅਸੀਂ ਸਿੱਖਿਆ ਸਹੂਲਤਾਂ ਮੁਫਤ ਦੇਵਾਂਗੇ, ਅਸੀਂ ਡਾਕਟਰੀ ਸਹਾਇਤਾ ਮੁਫਤ ਦੇਵਾਂਗੇ। ਕਦੇ ਕਿਹਾ ਕਿਸੇ ਨੇ। ਜਿਹੜਾ ਵੀ ਆਉਂਦਾ ਉਹ ਮਤਲਬ ਜਨਤਾ ਨੂੰ ਬੇਵਕੂਫ ਬਣਾਉਂਦਾ, ਉਹ ਭਾਵੇਂ ਅਰਵਿੰਦ ਕੇਜਰੀਵਾਲ ਹੈ, ਉਹ ਭਾਵੇਂ ਨਵਜੋਤ ਸਿੱਧੂ ਹੈ, ਉਹ ਭਾਵੇਂ ਸੁਖਬੀਰ ਬਾਦਲ ਹੈ। ਸਿਰਫ ਅਸੀਂ ਬਿਜਲੀ ਮਾਫ ਕਰਾਂਗੇ, ਅਸੀਂ 300 ਯੂਨਿਟ ਮਾਫ ਕਰਾਂਗੇ, ਅਸੀਂ 3 ਰੁਪਏ ਬਿਜਲੀ ਕਰ ਦਿਆਂਗੇ। ਇਹ ਮਤਲਬ ਮੁੱਦੇ ਨਹੀਂ। ਇਹ ਲੋਕ ਨੇ ਜਿਹੜੇ ਔਰ ਇਹ ਇੱਕ ਸੂਬੇ ਤੱਕ ਸੀਮਿਤ ਨਹੀਂ, ਸਾਰੇ ਦੇਸ਼ ਵਿੱਚ ਜਿਹੜੀ ਸਿਆਸਤ ਹੈ ਉਹਦਾ ਮੁੱਖ ਆਧਾਰ ਜਿਹੜਾ ਹੈ ਉਹ ਇਹੀ ਹੈ, ਸੰਗੇ ਬੁਨਿਆਦ ਕਹਿੰਦੇ ਆ ਜਿਹਨੂੰ, ਕਿ ਧਰਮ ਦੇ ਨਾਮ ਤੇ, ਜਾਤ ਪਾਤ ਦੇ ਨਾਮ ਤੇ, ਗਊ ਗਰੀਬ ਦੇ ਨਾਮ ਤੇ, ਗੋਬਰ ਦੇ ਨਾਮ ਤੇ, ਮੂਤਰ ਦੇ ਨਾਮ ਤੇ ਜਨਤਾ ਨੂੰ ਵੰਡੋ ਔਰ ਉਹਨਾਂ ਨੂੰ ਇਸ ਤਰ੍ਹਾਂ ਤੁਸੀਂ ਪਾਗਲ ਕਰ ਦਿਓ, ਅੰਧ ਵਿਸ਼ਵਾਸ ਨਾਲ ਤੁਸੀਂ ਐਵੇਂ ਉਹਨਾਂ ਨੂੰ ਭਰ ਦਿਓ ਕਿ ਉਹ ਇਸ ਦਲਦਲ ਚੋਂ ਜੇ ਚਾਹਣ ਵੀ ਤਾਂ ਨਿਕਲ ਨਾ ਸਕਣ। ਜੀ ਜਿਵੇਂ ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਕਿਤੇ ਨਾ ਕਿਤੇ ਬੇਵਕੂਫ ਬਣਾ ਰਹੇ ਨੇ ਜਨਤਾ ਨੂੰ, ਔਰ ਜਦ ਗੱਲ ਕੱਲ ਵੀ ਅਸੀਂ ਕੀਤੀ, ਕੱਲ ਤੁਸੀਂ ਕਿਹਾ ਦੱਸਿਆ ਕਿ ਬਿਜਲੀ ਦੀ ਜਿਹੜੀ ਗੱਲ ਕੀਤੀ, ਬਿਜਲੀ ਮੁਫਤ ਕਰਨ ਦੀ, ਤਾਂ ਪਿੱਛੇ ਬਾਕੀ ਪਾਰਟੀਆਂ ਵਾਲੇ ਲੋਕ ਵੀ ਪੰਜਾਬ ਦੇ ਵਿੱਚ ਹੋ ਗਏ। ਗੱਲ ਮੈਨੂੰ 2017 ਅਕਤੂਬਰ ਦੀ ਯਾਦ ਆਉਂਦੀ ਹੈ, ਜਦੋਂ ਮੈਨੀਫੈਸਟੋ ਜਿਹੜੇ ਆ ਰਹੇ ਸੀ ਪਾਰਟੀਆਂ ਦੇ, ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਉਸ ਵੇਲੇ ਉਮੀਦਵਾਰ ਸੀ ਸੀਐਮ ਕੁਰਸੀ ਦੇ ਅਹੁਦੇ ਦੇ ਕਾਂਗਰਸ ਵੱਲੋਂ, ਉਹ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਤੇ ਸਹੁੰ ਚੱਕਦੇ ਨੇ ਕਿ 4 ਹਫ਼ਤਿਆਂ ਦੇ ਅੰਦਰ ਨਸ਼ਾ ਜਿਹੜਾ ਖਤਮ ਕਰ ਦਿੱਤਾ ਜਾਏਗਾ। ਅੱਜ ਜਦੋਂ ਅਸੀਂ ਦੇਖਦੇ ਹਾਂ ਤਾਂ ਬਿਜਲੀ ਬਹੁਤ ਵੱਡਾ ਮੁੱਦਾ ਜਿਹੜਾ ਮੁਫਤ ਬਿਜਲੀ ਦਰਅਸਲ ਪੰਜਾਬ ਦੇ ਵਿੱਚ ਬਣ ਗਿਆ, ਪਰ ਜਿਹੜੀ ਗੱਲ ਕਰਦੇ ਆ ਨਸ਼ੇ ਦੀ, ਉਹ ਕਿਤੇ ਮੁੱਦਾ ਨਹੀਂ ਰਿਹਾ। ਕੀ ਉਹ ਜਿਹੜਾ ਨਸ਼ਾ ਹੈਗਾ ਉਹ ਮੁੱਦਾ ਘਿਸਿਆ ਪਿਟਿਆ ਹੋ ਗਿਆ ਇਹਨਾਂ ਸਿਆਸਤਦਾਨਾਂ ਦੇ ਲਈ? ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ ਇਸ ਗੱਲ ਦਾ ਤਾਂ ਵਿਸ਼ਵਾਸ ਹੋ ਗਿਆ ਜੀ ਹਰ ਇੱਕ ਪਾਰਟੀ ਨੂੰ, ਉਹ ਭਾਵੇਂ ਕਾਂਗਰਸ ਹੈ ਜੀ, ਉਹ ਭਾਵੇਂ ਆਮ ਆਦਮੀ ਪਾਰਟੀ ਹੈ, ਉਹ ਖੱਬੀਆਂ ਸੱਜੀਆਂ ਪੁੱਠੀਆਂ ਸਿੱਧੀਆਂ ਪਾਰਟੀਆਂ ਜਿੰਨੀਆਂ ਵੀ ਨੇ ਜੀ, ਉਹ ਅਕਾਲੀ ਦਲ ਬਾਦਲ ਹੈ ਜੀ। ਜਿਹੜਾ ਨਸ਼ਿਆਂ ਦਾ ਨੈਕਸਸ ਹੈ ਉਹ ਕੋਈ ਵੀ ਭਾਵੇਂ ਜਿੱਡਾ ਮਰਜ਼ੀ ਸਿਆਸੀ ਤੌਰ ਤੇ ਤਾਕਤਵਰ ਹੋਵੇ ਉਸ ਨੈਕਸਸ ਨੂੰ ਤੋੜ ਨਹੀਂ ਸਕਦਾ ਜੀ। ਉਹਦਾ ਕਾਰਨ ਹੈ ਕਿ ਸਿਆਸੀ ਲੋਕ ਨੇ ਜਿਹੜੇ, ਜਿਨ੍ਹਾਂ ਕੋਲੇ ਸੱਤਾ ਦੀ ਤਾਕਤ ਹੁੰਦੀ ਹੈ ਜਾਂ ਜਿਨ੍ਹਾਂ ਕੋਲੇ ਵਰਦੀ ਦੀ ਤਾਕਤ ਹੁੰਦੀ ਹੈ ਜੀ, ਉਹ ਕੁਇਕ ਮਨੀ ਬਣਾਉਣ ਵਾਸਤੇ
ਜਲਦੀ ਪੈਸਾ ਬਣਾਉਣ ਵਾਸਤੇ ਨਸ਼ਿਆਂ ਦੇ ਵਪਾਰ ਨੂੰ ਤਰਜੀਹ ਦਿੰਦੇ ਆ। ਆਪ ਨੂੰ ਯਾਦ ਹੋਣਾ ਕਿ 6000 ਕਰੋੜ ਰੁਪਏ ਦਾ ਨਸ਼ਿਆਂ ਦਾ ਲੈਣ ਦੇਣ, ਜੀ ਨਸ਼ਿਆਂ ਦੀ ਤਸਕਰੀ, ਨਸ਼ਿਆਂ ਦਾ ਵਪਾਰ ਹੂੰ ਜਿਹੜਾ ਸੀਗਾ ਉਹਦੇ 'ਚ ਕੌਣ ਫਸਿਆ, ਇਲਜ਼ਾਮ ਕਿਹਦੇ ਤੇ ਆਇਆ ਸੀਗਾ? ਹੂੰ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਸੀਗਾ ਜੀ ਉਹਨੇ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਉਂਗਲ ਧਰੀ ਸੀ ਔਰ ਉਹਨਾਂ ਨੂੰ ਤਲਬ ਕੀਤਾ ਸੀ। ਹੂੰ ਤੁਹਾਨੂੰ ਯਾਦ ਹੋਣਾ ਕਿ ਉਹ ਜਿਹੜਾ ਖਾਸ ਵਿਸ਼ੇਸ਼ ਅਫਸਰ ਸੀ ਜਿਹਨੇ ਸਾਰਾ ਕੰਮ ਰੰਭਿਆ ਔਰ ਬਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਜਿਹਨੇ ਇੱਕ ਤਰ੍ਹਾਂ ਨਾਲ ਆਪਣੀ ਕਾਨੂੰਨੀ ਤਾਰ ਕੱਸਣੀ ਸ਼ੁਰੂ ਕੀਤੀ, ਜੀ ਉਹਦਾ ਤਬਾਦਲਾ ਕਰ ਦਿੱਤਾ ਗਿਆ। ਹੂੰ ਫਿਰ ਹਾਈ ਕੋਰਟ ਨੇ ਉਹਦਾ ਤਬਾਦਲਾ ਰੋਕਿਆ। ਹੂੰ ਉਹ ਜਿਹੜਾ 6000 ਕਰੋੜ ਰੁਪਏ ਦੀ ਤਸਕਰੀ ਦਾ ਮੁੱਦਾ ਸੀਗਾ ਉਹ ਖੂਹ ਖਾਤੇ 'ਚ ਪਾ ਦਿੱਤਾ ਗਿਆ ਔਰ ਇਧਰੋਂ ਉਧਰੋਂ ਫੜ ਕੇ ਜਗਦੀਸ਼ ਭੋਲਾ ਵਰਗੇ ਜਿਹੜੇ ਭਾਵੇਂ ਉਹਨਾਂ ਦੇ ਨਾਲ ਸੀ ਪਰ ਜਿਹੜਾ ਵੱਡਾ ਮਗਰਮੱਛ ਸੀ ਉਹ ਬਚ ਨਿਕਲਿਆ। ਜੀ ਜਿਹੜਾ ਨਸ਼ਾ ਹੈ ਉਹ ਸਰਹੱਦ ਥਾਣੀ ਆਉਂਦਾ, ਅਫਗਾਨਿਸਤਾਨ ਤੋਂ ਇਹ ਨਸ਼ਾ ਆਉਂਦਾ ਜੀ ਔਰ ਇਹੀ ਇਕੱਲੇ ਅਫਗਾਨਿਸਤਾਨ ਤੋਂ ਹਿੰਦੁਸਤਾਨ 'ਚ ਹੀ ਨਹੀਂ ਆਉਂਦਾ ਹੂੰ ਬਲਕਿ ਦੁਨੀਆ ਦੇ ਬਾਕੀ ਮੁਲਕਾਂ 'ਚ ਵੀ ਜਾਂਦਾ। ਜੀ ਠੀਕ ਹੈ, ਦੱਖਣੀ ਏਸ਼ੀਆ ਦੇ ਵਿੱਚ ਪੂਰੀ ਇਹਦੀ ਸਪਲਾਈ ਹੁੰਦੀ ਹੈ ਔਰ ਉਹਨਾਂ ਦਾ ਜਿਹੜਾ ਦਾਰਮਦਾਰ ਹੈ ਅਫਗਾਨਿਸਤਾਨ ਦੇ ਲੋਕਾਂ ਦਾ ਉਹ ਅਫੀਮ ਦੀ ਖੇਤੀ ਔਰ ਅਫੀਮ ਤੋਂ ਹੀ ਅੱਗੇ ਕਈ ਕਿਸਮ ਦੇ ਨਸ਼ੇ ਤਿਆਰ ਕੀਤੇ ਜਾਂਦੇ ਨੇ। ਹਿੰਦੁਸਤਾਨ 'ਚੋਂ ਸਭ ਤੋਂ ਵੱਧ ਪੈਕਟਾਂ ਵਿੱਚ ਨਸ਼ਾ ਜਿਹੜਾ ਹੈ ਉਹ ਕੈਨੇਡਾ ਪਹੁੰਚਿਆ ਜੀ ਔਰ ਕੈਨੇਡਾ ਦੇ ਵਿੱਚ ਜਿਹੜੇ ਨੌਜਵਾਨ ਨੇ ਕਹੀ ਤਾਂ ਉਹ ਵੀ ਜਾਂਦੇ ਬੈਠੇ ਉੱਥੇ ਕਿ ਜੀ ਉੱਥੇ ਮੁੰਡੇ ਕੀ ਕਰਦੇ ਆ, ਨੌਜਵਾਨੀ ਨਸ਼ਿਆਂ ਨਾਲ ਖਰਾਬ ਹੋ ਗਈ। ਅੱਗ ਉੱਥੇ ਵੀ ਇੰਨੀ ਕੀ ਲੱਗੀ ਹੋਈ ਜੀ ਹੈ, ਜੀ ਮੁੰਡੇ ਉੱਥੇ ਵੀ ਗੈਂਗਵਾਰ 'ਚ ਮਰੀ ਜਾਂਦੇ ਆ। ਬਿਲਕੁਲ ਮਾਪਿਓ ਭੇਜਦੇ ਨੇ ਕਿ ਇੱਥੋਂ ਦੀ ਨਸ਼ੇ ਦੇ ਵਿੱਚ ਬਿਲਕੁਲ। ਨਾ ਪੈਣ, ਹੂੰ। ਕਿਉਂਕਿ ਰੁਜ਼ਗਾਰ ਨਹੀਂ ਮਿਲੇਗਾ ਤਾਂ ਨਸ਼ੇ ਦੀ ਗਿਰਫਤ ਦੇ ਵਿੱਚ ਆਉਣਗੇ ਔਰ ਉੱਥੇ ਪੰਜਾਬ ਤਾਂ ਛੱਡ ਕੇ ਚਲੇ ਜਾਂਦੇ ਨੇ ਪਰ ਨਸ਼ਾ ਉੱਥੇ ਨਾਲ ਕਿਤੇ ਨਾ ਕਿਤੇ ਲੈ ਕੇ ਜਾ ਰਹੇ। ਦੇਖੋ ਵੰਦਨਾ ਜੀ, ਗੱਲ ਇਹ ਹੈ ਕਿ ਇੱਥੋਂ ਇਹ ਸੋਚ ਕੇ ਜਾਂਦੇ ਨੇ ਲੋਕ ਹੂੰ ਕਿ ਉੱਥੇ ਦਰਖਤਾਂ ਦੇ ਡਾਲਰ ਲਮਕਦੇ ਆ ਹੂੰ ਔਰ ਜਾ ਕੇ ਸਿਰਫ ਤੋੜਨੇ ਆ। ਜੀ ਜ਼ਿੰਦਗੀ ਉੱਥੇ ਇੰਨੀ ਕਹਿ ਲਓ ਔਖੀ ਹੈ, ਮਿਹਨਤ ਮੁਸ਼ੱਕਤ ਦੀ ਚੱਕੀ 'ਚ ਜਦੋਂ ਲੋਕ ਪਿਸਦੇ ਨੇ ਉੱਥੇ, ਜਦੋਂ ਇੱਥੋਂ ਬੱਚਿਆਂ ਨੂੰ ਭੇਜ ਦਿੰਦੇ ਆ 20 ਲੱਖ 25 ਲੱਖ ਰੁਪਏ ਉਹਨਾਂ ਦਾ ਪੜ੍ਹਾਈ ਦਾ ਦਿੰਦੇ ਆ, ਉਹਨਾਂ ਦੇ ਉੱਤੇ ਮਾਨਸਿਕ ਦਬਾਅ ਇੰਨਾ ਹੁੰਦਾ ਹੈ ਜੀ ਕਿਉਂਕਿ ਪਿੱਛੋਂ ਘਰਦਿਆਂ ਨੂੰ ਇਹ ਤਵੱਕੋ ਹੁੰਦੀ ਹੈ ਕਿ ਉਹ ਜਾਣਗੇ ਉੱਥੇ ਤੇ ਉੱਥੇ ਜਾ ਕੇ ਉਹ ਡਾਲਰ ਭੇਜਣਗੇ। ਜੀ ਪਰ ਉੱਥੇ ਜਦੋਂ ਪੜ੍ਹਦੇ ਆ ਉਹਨਾਂ ਨੂੰ ਕੁਝ ਦਿਨ ਹੀ ਮਿਲਦੇ ਆ ਕੰਮ ਕਰਨ ਵਾਸਤੇ। ਉਸ ਦੇ ਵੀ ਦੌਰਾਨ ਉਹ ਕੰਮ ਕਿੱਥੇ ਮਿਲਦਾ ਉਹਨਾਂ ਨੂੰ? ਜੇ ਉਹ ਯੂਨੀਵਰਸਿਟੀ 'ਚ ਕਿਤੇ ਪੜ੍ਹਦੇ ਨੇ ਤੇ ਕੰਮ ਜਿੱਥੇ ਕਰਨ ਜਾਂਦੇ ਨੇ ਉਹ ਤੋਂ 100 ਮੀਲ ਦੂਰ ਹੈ, ਕਾਹਦੇ ਤੇ ਜਾਣਗੇ? ਉਹ ਜਾਣਸਾਰ ਗੱਡੀ ਦਾ ਖਰੀਦਦੇ ਨਹੀਂਗੇ। ਹੂੰ ਫਿਰ ਉਹਨਾਂ ਦਾ ਮੋਬਾਈਲ ਦਾ ਵੀ ਖਰਚਾ, ਘਰੇ ਵੀ ਗੱਲਬਾਤ ਕਰਨੀ, ਉੱਤੋਂ ਇਹ ਪ੍ਰੈਸ਼ਰ ਹੈ ਕਿ ਕੁਝ ਪੈਸੇ ਭੇਜੋ ਹੂੰ ਜਿਹੜੇ ਅਸੀਂ ਲਾ ਕੇ ਭੇਜੇ ਆ, ਜਾਂ ਕੋਈ ਇੱਥੇ ਇਸ ਤਰ੍ਹਾਂ ਦਾ ਸਰੋਤ ਲੱਭੋ ਕਿ ਛੇਤੀ ਕਿਤੇ ਵਿਆਹ ਕਰਾਓ, ਪੱਕੇ ਹੋ ਤੇ ਬਾਕੀਆਂ ਨੂੰ ਸੱਦੋ। ਜੀ ਮਤਲਬ ਸਾਰਾ ਜਿਹੜਾ ਤਾਣਾ ਬਾਣਾ ਹੈ ਉਹ ਇਸੇ ਗੱਲ ਪਿੱਤੇ ਆਲੇ ਦੁਆਲੇ ਲਿਪਟਿਆ ਹੋਇਆ। ਜੀ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 20 ਸਾਲਾਂ 'ਚ ਇੱਥੇ ਘਰ ਵੀ ਫ੍ਰੀ ਨਹੀਂ ਹੋਣਾ ਤੇ ਤੁਹਾਨੂੰ ਬਹੁਤ ਤਰ੍ਹਾਂ ਦੇ ਟੈਕਸ ਦੇਣੇ ਪੈਣੇ ਆ ਬਿਲਕੁਲ ਔਰ ਕੰਮ ਕਰਕੇ ਪੈਸਾ ਕਮਾ ਕੇ ਘਰੇ ਭੇਜਣਾ ਤੇ ਇੱਥੇ ਆਪਣਾ ਜੀਵਨ ਪੱਧਰ ਉੱਚਾ ਚੱਕਣਾ, ਹੂੰ ਇਹ ਬਹੁਤ ਵੱਡੀ ਜੰਗ ਹੈ। ਜੀ ਔਰ ਇਹਦੇ ਵਿੱਚ ਤੁਸੀਂ ਵੇਖਿਆ ਹੋਣਾ ਕਈ ਬੱਚੇ ਨੇ ਜਿਹੜੇ ਉਹ ਉੱਥੇ ਖੁਦਕੁਸ਼ੀਆਂ ਕਰ ਗਏ ਬਿਲਕੁਲ ਔਰ ਇੱਥੋਂ ਉੱਥੇ ਦੇ ਇਹੋ ਜਿਹੇ ਮੰਜ਼ਰ ਨੇ ਹੂੰ ਜਿੱਥੇ ਬੱਚੇ ਜਿਹੜੇ ਨੇ ਉਹ ਰਸਤੇ ਤੋਂ ਭਟਕ ਗਏ। ਜੀ ਜੋ ਜੀਵਨ ਨੂੰ ਦਾ ਉਦੇਸ਼ ਲੈ ਕੇ ਤੁਰੇ ਸੀ, ਜਦੋਂ ਉਹਨਾਂ ਨੂੰ ਜਾ ਕੇ ਉੱਥੇ ਲੱਗਿਆ ਕਿ ਜ਼ਿੰਦਗੀ ਇੰਨੀ ਦੁਰਗਮ ਹੈ, ਇੰਨੀ ਕਠਿਨ ਹੈ, ਤਾਂ ਉਹਨਾਂ ਨੂੰ ਲੱਗਿਆ ਕਿ ਅਸੀਂ ਸਾਡੇ ਪਿੱਛੇ ਮਾਂ-ਬਾਪ ਨੇ ਹੂੰ ਔਰ ਮਾਂ-ਬਾਪ ਦਾ ਸਵਾਲ ਇਹ ਹੈ ਕਿ ਭੈਣ ਦਾ ਵਿਆਹ ਕਰਨਾ ਹੈ, ਹੂੰ ਠੀਕ ਹੈ, ਜੀ ਵੱਡੀ ਭੈਣ ਦਾ ਕਰਨਾ, ਛੋਟੀ ਭੈਣ ਦਾ ਕਰਨਾ, ਕਿਸੇ ਵਿਆਹ ਸ਼ਾਦੀ ਤੇ ਜਾਣਾ, ਕਿਸੇ ਸਮਾਗਮ ਤੇ ਜਾਣਾ, ਪੈਸਿਆਂ ਦੀ ਜ਼ਰੂਰਤ ਹੈ। ਉਹ ਜਿਹੜੇ ਭਾਈ ਤੈਨੂੰ ਗਹਿਣੇ ਧਰ ਕੇ ਉੱਥੇ ਭੇਜਿਆ ਜ਼ਮੀਨ ਜਾਂ ਬਹਿ ਕਰਕੇ ਜਿਹੜੀ ਭੇਜੀ ਆ ਉਹ ਛੇਤੀ ਮਤਲਬ ਤੂੰ ਕਰ ਕਿ ਉਸ ਤਰ੍ਹਾਂ ਦਾ ਹੋਈਏ, ਪਿੰਡ 'ਚ ਕੋਈ ਮਾੜਾ ਮੋਟਾ ਸਾਡੀ ਜੀ। ਭੱਲ ਬਣੇ। ਹੂੰ ਇਹ ਸਾਰੇ ਜਿਹੜੇ ਸਵਾਲ ਨੇ ਇਹ ਇਸ ਗੱਲ ਦੇ ਆਲੇ ਦੁਆਲੇ ਘੁੰਮਦੇ ਨੇ ਕਿ ਜਦੋਂ ਅਸੀਂ ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤਾਂ ਉਸ ਵੇਲੇ ਅਸੀਂ ਉਹਨਾਂ ਨੂੰ ਇਹ ਸੀਖ ਨਹੀਂ ਦਿੰਦੇ ਕਿ ਤੁਸੀਂ ਇੱਥੇ ਹੀ ਬੈਠ ਕੇ ਪੜ੍ਹੋ, ਤੁਸੀਂ ਜਿੰਨੇ ਪੈਸੇ ਕਹੋਗੇ ਅਸੀਂ ਲਾਵਾਂਗੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ 30 ਲੱਖ ਰੁਪਈਆ ਜੀ ਕੋਈ ਬੱਚੇ ਦੇ ਲਾ ਕੇ ਭੇਜਦੇ ਆ ਬਿਲਕੁਲ ਤੇ 30 ਲੱਖ ਦਾ ਬਹੁਤਾ ਨਹੀਂ, ਜੇ 7.5% ਵੀ ਆਵੇ ਹੂੰ ਤੇ ਕਾਫੀ ਪੈਸਾ ਆ ਜਾਂਦਾ। ਬਿਲਕੁਲ ਉਸ 30 ਲੱਖ ਨਾਲ ਕੋਈ ਹੋਰ ਕੰਮ ਵੀ ਕੀਤਾ ਜਾ ਸਕਦਾ ਹੈ। ਔਰ ਜਿਹੜੇ ਬੱਚਿਆਂ ਨੂੰ ਤੁਸੀਂ ਇਹ ਪਰਵਰਿਸ਼ 'ਚ ਇਹ ਗੱਲ ਉਹਨਾਂ ਦੇ ਜ਼ਿਹਨ 'ਚ ਘਰ ਕਰ ਦਿੰਦੇ ਹੋ ਕਿ ਇੱਥੇ ਹੀ ਜੀਵਨ ਤੁਹਾਡਾ ਨਰਕ ਬਣ ਸਕਦਾ ਹੈ, ਜੀ ਇੱਥੇ ਹੀ ਤੁਹਾਡਾ ਜੀਵਨ ਸਵਰਗ ਬਣ ਸਕਦਾ ਹੈ, ਜੀ ਤੇ ਬਾਹਰ ਸਵਰਗ ਦੀ ਉਮੀਦ ਲੈ ਕੇ ਜਦੋਂ ਜਾਂਦੇ ਆ ਤੇ ਉੱਥੇ ਨਰਕ ਟੱਕਰਦਾ ਹੈ, ਤਾਂ ਉਸ ਵੇਲੇ ਪਤਾ ਲੱਗਦਾ ਹੈ। ਤੇ ਫਿਰ ਕੀ ਹੁੰਦਾ? ਤੁਸੀਂ ਬਹੁਤ ਸਾਰੀਆਂ ਐਸੀਆਂ ਖਬਰਾਂ ਪੜ੍ਹੀਆਂ ਹੋਣੀਆਂ ਕਿ ਬੱਚੇ ਊਂਘ ਰਹੇ ਨੇ ਬੈਠੇ ਕਿਉਂਕਿ ਸੁੱਤੇ ਨਹੀਂ। ਉਹ ਬਿਲਕੁਲ 18 ਘੰਟੇ ਬੱਚੇ ਕੰਮ ਕਰਦੇ ਨੇ ਹੂੰ ਤੇ ਉਸ ਸੂਰਤ ਦੇ ਵਿੱਚ ਤੁਸੀਂ ਆਪਣਾ ਮਾਨਸਿਕ ਤਵਾਜ਼ਨ ਠੀਕ ਰੱਖ ਸਕਦੇ ਹੋ। ਜਦੋਂ ਉੱਥੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਕਰ ਕੀ ਲਿਆ, ਅਸੀਂ ਆਹ ਕੀ ਗਏ, 30 ਲੱਖ ਘਰਦਿਆਂ ਨੇ ਖਰਚਾਤਾ ਤੇ ਡਾਲਰ ਤਾਂ ਇੱਥੇ ਸਾਨੂੰ ਉਹਨੇ ਮਿਲਦੇ ਨਹੀਂਗੇ, ਫਿਰ ਉੱਥੇ ਆਪਣੇ ਲੋਕ ਉਹਨਾਂ ਦੀ ਐਕਸਪਲੋਇਟੇਸ਼ਨ ਕਰਦੇ ਆ। ਜੀ ਜੇ ਮੰਨ ਲਓ ਕਿ ਸਰਕਾਰੀ ਰੇਟ ਜਿਹੜਾ ਹੈ ਲੇਬਰ ਦਾ, ਮਜ਼ਦੂਰੀ ਦਾ ਜੀ ਜਾਂ ਤੁਹਾਡੇ ਕੰਮਕਾਜ ਦਾ ਹੂੰ। 11 ਡਾਲਰ ਹੈ ਹੂੰ ਤੇ ਤੁਹਾਨੂੰ 7 ਤੇ ਵੀ ਕਰਨਾ ਪੈਂਦਾ ਕੰਮ, 5 ਤੇ ਵੀ ਬਿਲਕੁਲ, ਕਰਨਾ ਬਿਲਕੁਲ, ਪੈਂਦਾ। ਬਿਲਕੁਲ
ਹਰ ਕੰਮ ਕਰਨਾ ਪੈਂਦਾ, ਭਾਂਡੇ ਵੀ ਮਾਂਜਣੇ ਪੈਂਦੇ ਆ, ਘਾਹ ਵੀ ਕੁੱਟਣਾ ਪੈਂਦਾ। ਜੀ ਤਾਂ ਉੱਥੇ ਜਾ ਕੇ ਇਹ ਲੱਗਦਾ ਕਿ ਇਹ ਬਹੁਤ ਵੱਡੀ ਗਲਤੀ ਹੋ ਗਈ। ਜੀ ਔਰ ਮੈਂ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਸਿਰਫ ਇਸ ਕਰਕੇ ਸੁੱਤੇ ਪਏ ਮਤਲਬ ਰੱਬ ਨੂੰ ਪਿਆਰੇ ਹੋ ਗਏ ਕਿ ਮਾਨਸਿਕ ਬੋਝ ਬਹੁਤ ਸੀ। ਜੀ ਨਸ਼ੇ ਦੀ ਜਦੋਂ ਗੱਲ ਕਰਦੇ ਹਾਂ ਤੇ ਇੱਕ ਨੌਜਵਾਨ ਚਿਹਰਾ ਆਰੀਅਨ ਖਾਨ ਦਾ ਵੀ ਹੈ, ਸ਼ਾਹਰੁਖ ਖਾਨ ਦਾ ਮੁੰਡਾ, ਜਿਹਦਾ ਨਾਮ ਜਿਹੜਾ ਸੁਰਖੀਆਂ ਦੇ ਵਿੱਚ ਹੈ, ਅਖਬਾਰਾਂ ਦੀਆਂ ਲਗਾਤਾਰ ਸੁਰਖੀਆਂ ਬਣਦਾ ਹੈ, ਕਦੇ ਕਦੇ ਤਾਂ ਪਹਿਲੇ ਪੰਨੇ ਤੇ ਵੀ ਨਜ਼ਰ ਆਉਂਦਾ ਹੈ। ਤੇ ਬਣਨੀ ਵੀ ਚਾਹੀਦੀ ਹੈ, ਕਿਉਂਕਿ ਜੇ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਮੁਬਤਲਾ ਹੈਗੇ ਆ ਤੁਸੀਂ ਤਾਂ ਨਾਮ ਸਾਹਮਣੇ ਆਉਣਾ ਚਾਹੀਦਾ ਹੈ। ਪਰ ਜਦ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਆંકੜੇ ਕਹਿੰਦੇ ਨੇ, ਇਸ ਤੋਂ ਜ਼ਿਆਦਾ ਆંકੜੇ ਹੋ ਸਕਦੇ ਨੇ, ਆંકੜੇ ਕਹਿੰਦੇ ਨੇ ਕਿ 4.5 ਸਾਲਾਂ ਦੇ ਵਿੱਚ 51-52 ਹਜ਼ਾਰ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ, ਔਰ 41 ਹਜ਼ਾਰ ਜਿਹੜੇ ਨੇ ਕੇਸ ਵੀ ਦਰਜ ਹੋਏ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਨਸ਼ਾ ਸੁਰਖੀਆਂ ਬਣਦਾ ਹੈ, ਪਰ ਉਹ ਸੁਰਖੀਆਂ ਜਿਹੜੀਆਂ ਨੇ ਉਹ ਕਿਤੇ ਅੰਦਰਲੇ ਪੰਨਿਆਂ ਦੇ ਵਿੱਚ ਜਿਹੜੀਆਂ ਨੇ ਉਹ ਗਵਾਚ ਗਈਆਂ ਨੇ? ਉਸ ਤਰੀਕੇ ਨਾਲ ਨਸ਼ੇ ਦੀ ਗੱਲ ਨਹੀਂ ਹੋ ਰਹੀ, ਅਸੀਂ ਚੁੱਪ ਹਾਂ। ਅਸੀਂ ਤਾਂ ਵੈਸੇ ਪੈਟਰੋਲ ਦੇ ਰੇਟ ਵਧੇ ਨੇ, 100 ਤੋਂ ਉੱਪਰ ਹੋ ਗਿਆ, ਅਸੀਂ ਉਸ ਤੇ ਵੀ ਚੁੱਪ ਹਾਂ। ਅਸੀਂ ਨਸ਼ੇ ਦੇ ਨਾਲ ਹੁੰਦੀਆਂ ਪੰਜਾਬ ਦੇ ਵਿੱਚ ਮੌਤਾਂ ਤੇ ਵੀ ਚੁੱਪ ਹਾਂ। ਹਰ ਮਹੱਲੇ 'ਚ, ਹਰ ਗਲੀ 'ਚ ਮੈਨੂੰ ਲੱਗਦਾ ਹੈ ਕਿ 2-3 ਮਾਮਲੇ ਤਾਂ ਤੁਹਾਨੂੰ ਦਿਸਦੇ ਹੀ ਨੇ, ਜਿਹੜੇ ਨਜ਼ਰ ਆਉਂਦੇ ਨੇ ਕਿ ਇਹ ਨੌਜਵਾਨ ਨਸ਼ਾ ਕਰ ਰਹੇ ਨੇ, ਅਸੀਂ ਉਸ ਤੇ ਵੀ ਚੁੱਪ ਹਾਂ। ਅਸੀਂ ਕਿੰਨਾ ਚੀਜ਼ਾਂ ਤੇ ਚੁੱਪ ਰਹਾਂਗੇ? ਦੇਖੋ, ਜਿਹੜੇ ਤਾਂ ਇਹ ਕੈਮੀਕਲ ਨਸ਼ੇ ਨੇ ਜੀ, ਅਫੀਮ ਹੈ ਜਾਂ ਕੋਈ ਆ ਜਿਹੜੇ ਚਿੱਟੇ ਬਣਦੇ ਨੇ ਜਾਂ ਜਿਹੜੇ ਕੈਪਸੂਲ ਨੇ, ਇਹ ਕੈਮੀਕਲ ਨਸ਼ਿਆਂ 'ਚ ਆਉਂਦੇ ਨੇ। ਅਫੀਮ ਹੈ, ਇਹਨੂੰ ਆਪਾਂ ਕੈਮੀਕਲ ਨਸ਼ਾ ਨਹੀਂ ਕਹਿ ਸਕਦੇ ਜੀ। ਭੰਗ ਹੈ, ਗਾਂਜਾ ਹੈ, ਠੀਕ ਹੈ, ਸ਼ਰਾਬ ਹੈ, ਸ਼ਰਾਬੀ ਨਸ਼ਾ। ਹੁਣ ਸਵਾਲ ਇਹ ਹੈ ਕਿ ਚਲੋ ਬਾਕੀ ਨਸ਼ੇ ਤਾਂ ਤੁਸੀਂ ਛੁਡਵਾ ਲਏ ਜੀ। ਪਹਿਲਾਂ ਮੈਂ ਤੁਹਾਡੀ ਉਸ ਗੱਲ ਦਾ ਆਰੀਅਨ ਖਾਨ ਦੀ, ਜਿਹੜੀ ਸ਼ਾਹਰੁਖ ਖਾਨ ਦਾ ਬੇਟਾ ਹੈ, 3 ਗ੍ਰਾਮ ਦੇ ਕਰੀਬ ਉਹਦੇ ਕੋਲੋਂ ਨਸ਼ਾ ਬਰਾਮਦ ਹੋਇਆ। ਤੇ ਜਦੋਂ 3000 ਕਰੋੜ ਰੁਪਏ ਮੁੱਲ ਦਾ ਨਸ਼ਾ ਇੱਕ ਕਾਰਪੋਰੇਟ ਦੀ ਬੰਦਰਗਾਹ 'ਚ ਕੰਟੇਨਰ 'ਚ ਪਹੁੰਚਦਾ ਹੈ ਤਾਂ ਉਹਦਾ ਜ਼ਿਕਰ ਨਹੀਂ ਹੁੰਦਾ, ਠੀਕ। ਔਰ ਉਹ ਬੱਚੇ ਕੋਲੋਂ 3 ਗ੍ਰਾਮ ਫੜਿਆ ਗਿਆ, ਉਹਦਾ ਰੌਲਾ ਇੰਨਾ ਪਾ ਦਿੱਤਾ ਗਿਆ। ਕਿਉਂ ਪਾ ਦਿੱਤਾ ਗਿਆ? ਦੇਖੋ, ਸਿਆਸਤ ਇਵੇਂ ਕੰਮ ਕਰਦੀ ਹੈ ਕਿ ਜਦੋਂ ਤੁਸੀਂ ਖੁਦ ਮਤਲਬ ਕਿਸੇ ਜਾਲ 'ਚ ਫਸਦੇ ਹੋ ਤਾਂ ਉਦੋਂ ਕਿਸੇ ਐਸੀ ਸ਼ਖਸੀਅਤ ਨੂੰ ਲੈ ਆਓ ਅੱਗੇ ਜਿਹੜੀ ਮਤਲਬ ਬਹੁਤ ਵੱਡੀ ਹੋਵੇ ਤੇ ਜਿਹੜੀ ਲੋਕਾਂ ਦੇ ਵਿੱਚ ਬਹੁਤ ਚਰਚਿਤ ਹੋਵੇ। ਉਹ ਸ਼ਾਹਰੁਖ ਖਾਨ ਤੋਂ ਮੋਢਾ ਜਿਹੜਾ ਹੈ ਉਹਨਾਂ ਨੇ ਸ਼ਾਹਰੁਖ ਖਾਨ ਦਾ ਵਰਤਿਆ ਤੇ ਉਸ ਬੱਚੇ ਤੇ ਸ਼ਿਕੰਜਾ ਕੱਸ ਕੇ ਉਹ ਜਿਹੜਾ 3000 ਕਰੋੜ ਰੁਪਏ ਦਾ ਚਿੱਟਾ ਆਇਆ ਹੈ, ਉਹ ਕੰਟੇਨਰ, ਉਹਦੇ ਉੱਤੇ ਪਰਦਾ ਪਾ ਦਿੱਤਾ ਗਿਆ। ਹੁਣ ਸਾਰੇ ਲੋਕ ਹੀ ਇਹ ਕਹੀ ਜਾਂਦੇ ਜੀ ਉਹ ਆਰੀਅਨ ਖਾਨ, ਜੋ ਫਲਾਨਾ, ਜਿਹਦੇ ਨਾਲ ਕੁੜੀ ਸੀ, ਜਿਹਦੇ ਨਾਲ ਮੁੰਡਾ ਸੀਗਾ। ਉਹ ਭਾਈ ਜਵਾਨ ਨੇ ਬੱਚੇ, ਕੁੜੀਆਂ ਮੁੰਡੇ ਜੇ ਇਕੱਠੇ ਬਹਿ ਵੀ ਗਏ, ਪਾਰਟੀ ਕਰ ਵੀ ਲਈ, ਤੇ ਇਹਦੇ 'ਚ ਕਿਹੜਾ ਭੁਚਾਲ ਆ ਗਿਆ? ਤੇ ਉਹ ਹੁੰਦਾ ਨਹੀਂ ਇਹ। ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਵਾਕਈ ਸ਼ਰਾਬ ਦੇ ਖਿਲਾਫ ਹੋ ਤਾਂ ਫਿਰ ਬਹੁਤ ਮੈਂ ਦੇਖੇ ਆ ਬੱਚੇ ਜਿਹੜੇ ਜਵਾਨੀ ਦੇ ਵਿੱਚ ਸ਼ਰਾਬ ਪੀਂਦੇ ਤੇ ਫਿਰ ਸ਼ਰਾਬ ਨੂੰ ਬੰਦ ਕਿਉਂ ਨਹੀਂ ਕਰਦੇ? ਕਿ ਸ਼ਰਾਬ ਨਸ਼ਾ ਨਹੀਂ, ਅੰਮ੍ਰਿਤ ਹੈ? ਕਿ ਸ਼ਰਾਬ ਨਾਲ ਤੁਹਾਡਾ ਮਤਲਬ ਖੂਨ ਜਿਹੜਾ ਹੈ ਉਹ ਵੱਧਦਾ ਹੈ? ਜਾਂ ਸ਼ਰਾਬ ਨਾਲ ਤੁਹਾਡੀ ਸਿਹਤ ਜਿਹੜੀ ਹੈ ਉਹ ਬਹੁਤ ਬੈਟਰ ਹੁੰਦੀ ਹੈ? ਇਹ ਸਿਹਤਯਾਬੀ ਦੀ ਦਵਾ ਤਾਂ ਨਹੀਂ, ਇਹ ਵੀ ਉਨੀ ਨੁਕਸਾਨਦੇਹ ਆ। ਜਿਹੜੇ ਨਸ਼ਾ ਕਰਦੇ ਨੇ, ਅਫੀਮ ਦਾ ਨਸ਼ਾ ਕਰ, ਉਹ ਕਹਿੰਦੇ ਜੀ ਥੋੜੀ ਜਿਹੀ ਅਫੀਮ ਖਾ ਲਈਏ ਕੁਝ ਨਹੀਂ ਹੁੰਦਾ, ਥੋੜੇ ਜਿਹੇ ਡੋਡੇ ਪੀ ਲਈਏ ਕੁਝ ਨਹੀਂ ਹੁੰਦਾ। ਔਰ ਇਹ ਲੋਕ ਜਿਹੜੇ ਨਸ਼ਿਆਂ ਨੂੰ ਖਤਮ ਕਰਨ ਦੀ ਦੁਹਾਈ ਦਿੰਦੇ ਰਹੇ ਨੇ, ਇਹ ਤਾਂ ਖੁਦ ਚੋਣਾਂ ਵੇਲੇ ਨਸ਼ਾ ਵੰਡਦੇ ਨੇ। ਹਰ ਤਰ੍ਹਾਂ ਦਾ ਨਸ਼ਾ ਵੰਡਿਆ ਜਾਂਦਾ, ਉਹ ਕਿੱਥੋਂ ਆਉਂਦਾ? ਸੋ ਇਸ ਕਰਕੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਬਠਿੰਡੇ 'ਚ ਰੈਲੀ ਕਰਕੇ ਕਿਹਾ ਸੀ ਨਾ ਕਿ ਇੱਥੋਂ 10ਵੇਂ ਪਾਤਸ਼ਾਹ ਦਾ ਪਵਿੱਤਰ ਸਥਾਨ ਤਲਵੰਡੀ ਸਾਬੋ ਬਹੁਤ ਨੇੜੇ ਹੈ, ਔਰ ਹੱਥ ਧੋ ਕੇ ਫਿਰ ਗੁਟਕਾ ਸਾਹਿਬ ਫੜਿਆ ਤੇ 40 ਦਿਨਾਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਐਲਾਨ ਕੀਤਾ, ਉਦੋਂ ਵੀ ਉਹਨਾਂ ਨੂੰ ਇਹ ਗੱਲ ਪਤਾ ਸੀ। ਪਰ ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀਗੇ, ਸਿਆਸੀ ਐਡਵਾਈਜ਼ਰ, ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਇਹੋ ਜਿਹੀ ਡਰਾਮੇਬਾਜ਼ੀ ਨਹੀਂ ਕਰੋਗੇ, ਜੇ ਤੁਸੀਂ ਇਹ ਨਾਟਕ ਨਹੀਂ ਕਰੋਗੇ ਤਾਂ ਫਿਰ ਤੁਹਾਨੂੰ ਵੋਟਾਂ ਕਿਸੇ ਨੇ ਨਹੀਂ ਪਾਉਣੀਆਂ। ਔਰ ਉਹ ਜਿਹੜੇ ਸੀ ਲੋਕ ਜਜ਼ਬਾਤੀ ਤੌਰ ਤੇ ਗੁੰਮਰਾਹ ਹੋ ਗਏ। ਸਾਡੇ ਜਿਹੜੇ ਲੋਕ ਨੇ, ਇਹਨਾਂ ਦੀ ਕਮਜ਼ੋਰੀ ਇਹ ਹੈ ਕਿ ਅਸੀਂ ਧਰਮ ਦੇ ਨਾਂ ਤੇ ਬਹੁਤ ਛੇਤੀ ਵਰਗਲਾਏ ਜਾਂਦੇ ਹਾਂ ਔਰ ਇਹਨੂੰ ਅਸੀਂ ਸਵਾਬ ਸਮਝਦੇ ਹਾਂ। ਹੁਣ ਤੱਕ ਬਾਦਲ ਕੇ ਧਰਮ ਦੇ ਨਾਮ ਤੇ ਲੁੱਟਦੇ ਰਹੇ ਨੇ, ਤਾਂ ਇਹ ਪੈਂਤੜਾ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ, ਇਹ ਇੱਕ ਤਰ੍ਹਾਂ ਨਾਲ ਬਾਦਲਾਂ ਦੇ ਧਾਰਮਿਕ ਏਜੰਡੇ ਨੂੰ ਤਹਿਸ ਨਹਿਸ ਕਰਨ ਵਾਸਤੇ ਵਰਤਿਆ ਗਿਆ ਸੀ। ਔਰ ਇੱਥੋਂ ਇਹ ਪਤਾ ਲੱਗਿਆ ਕਿ ਜੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਗੁਟਕਾ ਸਾਹਿਬ ਤੇ ਜੇ ਹੱਥ ਰੱਖ ਕੇ ਸਹੁੰ ਖਾਂਦੇ ਨੇ ਤੇ ਇਹਦਾ ਮਤਲਬ ਇਹ ਪੱਥਰ ਤੇ ਲਕੀਰ ਹੈ ਕਿ ਉਹ ਜੋ ਕਹਿਣਗੇ ਕਰਨਗੇ। ਲੇਕਿਨ ਹੋਇਆ ਤਾਂ ਕੱਖ ਨਹੀਂ। ਕਿੰਨੇ ਸਾਲ ਹੋ ਗਏ, ਕਿੰਨੀਆਂ ਸਰਕਾਰਾਂ ਆਈਆਂ, ਬਾਦਲ ਕੇ ਆਪ 10 ਸਾਲ ਰਹਿ ਕੇ ਚਲੇ ਗਏ। ਜਿਹੜੇ ਇਹਨਾਂ ਦੇ ਰਿਲੇਟਿਵਸ ਸੀ, ਜਿਹੜੇ ਇਹਨਾਂ ਦੇ ਰਿਸ਼ਤੇਦਾਰਾਂ ਸੀ, ਜਦੋਂ ਉਹਨਾਂ ਤੇ ਨਸ਼ਾ ਵੇਚਣ ਦਾ ਇਲਜ਼ਾਮ ਲੱਗਿਆ, ਤਸਕਰੀ ਦਾ ਇਲਜ਼ਾਮ ਲੱਗਿਆ, ਜਦੋਂ ਇਹ ਕਿਹਾ ਕਿ ਇਹਨਾਂ ਦਾ ਆਹ ਬੰਦਾ ਜਿਹੜਾ 6000 ਕਰੋੜ ਰੁਪਏ ਦੀ ਤਸਕਰੀ
ਦੇ ਵਿੱਚ ਸ਼ਾਮਿਲ ਹੈ, ਜੀ ਉਦੋਂ ਸਕੇਪਗੋਟਸ ਕਿਹਨੂੰ ਬਣਾਇਆ ਗਿਆ? ਬਾਦਲ ਪਰਿਵਾਰ ਦੇ ਜਦੋਂ ਇਹਨਾਂ ਦੇ ਆਪਣੇ ਕੁਨਬੇ 'ਚ ਇੱਕ ਵਿਅਕਤੀ ਉੱਪਰ ਇਹ ਇਲਜ਼ਾਮ ਲੱਗਿਆ ਜੀ ਕਿ ਇਹ 6000 ਕਰੋੜ ਰੁਪਏ ਦੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਹੈ ਔਰ ਇਹ ਸਰਗਨਾ, ਤਾਂ ਉਸ ਵੇਲੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕਰਕੇ ਉਹਨਾਂ ਨੂੰ ਤਲਬ ਕੀਤਾ ਤੇ ਹੂ ਹੱਲਾ ਮਚ ਗਿਆ ਜੀ। ਉਹਦਾ ਕੁਝ ਨਹੀਂ ਬਣਿਆ, ਸਿਰਫ ਇੱਧਰ ਉੱਧਰ ਦੇ ਬੰਦੇ ਪਕੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਔਰ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਸਰਵਣ ਸਿੰਘ ਫਲੌਰ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਕਿ ਜੀ ਤੁਹਾਡਾ ਬੇਟਾ ਜਿਹੜਾ ਇਹ ਵੀ ਇਹਦੇ ਵਿੱਚ ਸ਼ਾਮਿਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਯਾਨੀ ਇੱਧਰੋਂ ਉੱਧਰੋਂ ਫੜ ਕੇ ਲੋਕ ਸੀ ਜਿਹੜੇ ਉਹ ਤਾਂ ਜੇਲ੍ਹੀਂ ਡੱਕ ਦਿੱਤੇ ਗਏ ਜਾਂ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਪਿਆ, ਪਰ ਜਿਹੜੇ ਵੱਡੇ ਮਗਰਮੱਛ ਸੀ ਉਹਨਾਂ ਦਾ ਕੱਖ ਨਹੀਂ ਵਿਗੜਿਆ ਤੇ ਕਦੇ ਵਿਗੜਦਾ ਵੀ ਨਹੀਂ ਹੁੰਦਾ। ਜੇਲ੍ਹਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਜਿਹੜੇ ਨੇ ਉਹੀ ਜਾਂਦੇ ਨੇ ਜਿਹੜੇ ਮਾੜੇ ਮੋਟੇ ਕੋਲ 3 ਗ੍ਰਾਮ ਨਿਕਲਿਆ, ਕਿਸੇ ਕੋਲ 2 ਗ੍ਰਾਮ ਨਿਕਲਿਆ, ਪਰ ਵੱਡੇ ਮਗਰਮੱਛ ਨਾ ਕਦੇ ਫਸੇ ਨੇ ਕਾਨੂੰਨ ਦੇ ਸ਼ਿਕੰਜੇ 'ਚ, ਨਾ ਕਦੇ ਫਸਣਗੇ। ਇੱਥੇ ਬਾਦਲ ਹੋਰੀ ਆ ਜਾਣ ਜਾਂ ਇੱਥੇ ਕੇਜਰੀਵਾਲ ਆ ਜਾਏ ਜਾਂ ਇੱਥੇ ਜੋ ਮਰਜ਼ੀ ਆ ਜਾਏ, ਦਿੱਲੀ 'ਚ ਨਸ਼ੇ ਨਹੀਂ ਵਿਕਦੇ। ਜਿਹੜੇ ਜਿਸ ਤਰ੍ਹਾਂ ਦਾ ਮਰਜ਼ੀ ਨਸ਼ਾ ਲਓ, ਦਿੱਲੀ 'ਚ ਕੀ ਜਾਲੀ ਨੋਟਾਂ ਦੀ ਤਸਕਰੀ ਨਹੀਂ ਹੁੰਦੀ? ਕੀ ਨਹੀਂ ਹੁੰਦਾ ਦਿੱਲੀ 'ਚ? ਦਿੱਲੀ 'ਚ ਕੀ ਬਲਾਤਕਾਰ ਨਹੀਂ ਹੁੰਦੇ? ਦਿੱਲੀ 'ਚ ਕਿ ਦਿਨੇ ਦੀਵੇਂ ਉੱਥੇ ਡਾਕੇ ਨਹੀਂ ਵੱਜਦੇ ਜਾਂ ਲੋਕਾਂ ਨੂੰ ਲੁੱਟਦੇ ਨਹੀਂ? ਉੱਥੇ ਚੇਨੀਆਂ ਖੋ ਕੇ ਨਹੀਂ ਭੇਜਦੇ ਭੱਜਦੇ ਲੋਕ? ਕੀ ਨਹੀਂ ਹੁੰਦਾ? ਸਾਰੀ ਥਾਂ ਤੇ ਇਹੀ ਆਪਾ ਧਾਪੀ ਪਈ ਹੋਈ ਹੈ। ਇਸ ਕਰਕੇ ਇਹ ਜੀ ਡੀਂਗ ਮਾਰਨੀ ਕਿ ਜੀ ਜਦੋਂ ਅਸੀਂ ਆਏ ਇੱਥੇ 40 ਦਿਨਾਂ 'ਚ ਖਤਮ ਕਰ ਦਿਆਂਗੇ ਜਾਂ ਹੁਣ ਹੋਰ ਆਊਗਾ ਅਸੀਂ 13 ਦਿਨਾਂ 'ਚ ਖਤਮ ਕਰ ਦਿਆਂਗੇ, ਇਸ ਤਰ੍ਹਾਂ ਬੰਦਰਾਂ ਜੀ ਕੁਝ ਨਹੀਂ ਹੁੰਦਾ। ਉਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਆਤਮ ਚਿੰਤਨ ਨਹੀਂ ਕਰਦੇ, ਬੱਚਿਆਂ ਦੀ ਠੀਕ ਢੰਗ ਨਾਲ ਪਰਵਰਿਸ਼ ਨਹੀਂ ਕਰਦੇ, ਬੱਚਿਆਂ ਨੂੰ ਚੰਗੇ ਪਾਸੇ ਨਹੀਂ ਲਾਉਂਦੇ, ਠੀਕ, ਔਰ ਇਸ ਤਰ੍ਹਾਂ ਦੀ ਚੇਤਨਾ ਪੈਦਾ ਨਹੀਂ ਕਰਦੇ ਅਸੀਂ। ਔਰ ਉਹ ਚੇਤਨਾ ਕਿਵੇਂ ਪੈਦਾ ਹੋਊਗੀ? ਘਰ ਤੋਂ ਹੋਏਗੀ, ਸਕੂਲਾਂ 'ਚ ਹੋਏਗੀ, ਕਾਲਜਾਂ 'ਚ ਹੋਏਗੀ, ਯੂਨੀਵਰਸਿਟੀਆਂ 'ਚ ਹੋਏਗੀ। ਔਰ ਜਦੋਂ ਤੁਸੀਂ ਨੌਜਵਾਨੀ ਨੂੰ ਭਟਕਣ ਦੇ ਰਸਤੇ ਤਿਆਰ ਕਰ ਦਿੰਦੇ ਹੋ, ਉਦੋਂ ਕੁਦਰਤੀ ਹੈ ਮਾਯੂਸ ਹੋ ਕੇ ਉਹ ਨਸ਼ਿਆਂ ਵੱਲ ਪ੍ਰੇਰੇ ਜਾਂਦੇ ਨੇ। ਇੱਕ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਦਾ ਵੀ ਇਸ ਮਾਮਲੇ 'ਚ ਬਿਆਨ ਆਇਆ ਸੀ। ਉਹਨਾਂ ਨੇ ਕਿਹਾ ਕਿ ਸ਼ਾਹਰੁਖ ਖਾਨ ਯਾਨੀ ਖਾਨ ਸਰਨੇਮ ਹੈ ਜਿਹੜਾ ਉਹਦਾ ਇਸਤੇਮਾਲ ਕੀਤਾ ਗਿਆ, ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਆਰਐਸਐਸ ਦੀ ਜਿਹੜੀ ਇੱਕ ਪਾਲਿਸੀ ਹੈਗੀ ਹੈ, ਇੱਕ ਅਣਕਹੀ ਪਾਲਿਸੀ ਜਿਹੜੀ ਹੈਗੀ ਉਹਦੇ ਵੱਲ ਕੀਤਾ ਗਿਆ। ਤੁਹਾਡਾ ਕੀ ਮੰਨਣਾ ਹੈ ਇਸ ਬਾਰੇ 'ਚ? ਦੇਖੋ, ਇਹ ਗੱਲ ਬਿਲਕੁਲ ਉਹਨਾਂ ਦੀ ਮੈਂ ਸਮਝਦਾ ਤਰਕਪੂਰਨ ਹੈ। ਘੱਟ ਗਿਣਤੀਆਂ ਨੂੰ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਜਿਹੜੀ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ। ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਵਾਸਤੇ ਉਹ ਹਮੇਸ਼ਾ ਯਤਨਸ਼ੀਲ ਹੈ। ਔਰ ਜਿਹੜੀ ਭਾਜਪਾ ਹੈ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਿਆਸੀ ਜਮਾਤ ਹੈ। ਹੋਰ ਤਾਂ ਹੋਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਹ ਖੁਦ ਕਿਹਾ ਕਿ ਮੈਂ ਜਵੰਦਰੂ ਜਨਸੰਘੀ ਹਾਂ। ਮੇਰੇ ਪਿਤਾ ਸ਼੍ਰੀ ਜਿਹੜੇ ਸੀ ਉਹ ਵੀ ਕਮਿਟਡ ਜਨਸੰਘੀ ਸੀਗੇ, ਔਰ ਉਹਨਾਂ ਨੇ ਜਦੋਂ ਐਮਰਜੈਂਸੀ ਲਾਈ ਤਾਂ ਉਸ ਵੇਲੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ। ਉਹ ਕਹਿੰਦੇ ਇਸ 'ਚ ਕੋਈ ਲੁਕੋ ਨਹੀਂਗਾ। ਹੁਣ ਉਹ ਇਹ ਸਮਝਦੇ ਨੇ ਕਿ ਨਹੀਂ, ਆਮ ਆਦਮੀ ਪਾਰਟੀ ਦਾ ਏਜੰਡਾ ਵੱਖਰਾ, ਉਹਦੀ ਸਿਆਸੀ ਸੋਚ ਵੱਖਰੀ ਹੈ, ਪਰ ਉਹਨਾਂ ਨੇ ਅੱਜ ਤੱਕ ਕਿਸੇ ਵੀ ਅਜਿਹੇ ਮੋਦੀ ਸਰਕਾਰ ਦੇ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕੀਤਾ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ। ਉਹ ਹਮੇਸ਼ਾ ਮੋਦੀ ਸਰਕਾਰ ਦੇ ਹਰ ਫੈਸਲੇ ਦੇ ਹੱਕ 'ਚ ਭੁਗਤੇ ਨੇ। ਮਹਿਬੂਬਾ ਮੁਫਤੀ ਨੇ ਜੇ ਇਹ ਗੱਲ ਕਹੀ ਹੈ ਕਿ ਖਾਣ ਲੱਗਿਆ ਤਾਂ ਠੀਕ ਹੈ ਬਿਲਕੁਲ, ਕਿਉਂਕਿ ਘੱਟ ਗਿਣਤੀਆਂ ਪ੍ਰਤੀ ਤੰਗ ਨਜ਼ਰੀ ਹੈ ਜਿਹੜੀ, ਇਹ ਬਿਆਨ ਉਸ ਦੀ ਸ਼ਾਹਦੀ ਪਰਦਾ ਹੈ। ਜੀ ਬਲਜੀਤ ਜੀ, ਨਸ਼ੇ ਦੇ ਹੋਰ ਪਹਿਲੂਆਂ ਤੇ ਗੱਲ ਕਰਾਂਗੇ, ਪਰ ਇੱਕ ਹੋਰ ਨਸ਼ੇ ਬਾਰੇ ਗੱਲ ਕਰਨੀ ਜ਼ਰੂਰੀ ਹੈ। ਉਹ ਨਸ਼ਾ ਭਗਤੀ ਦਾ ਨਸ਼ਾ ਹੈ, ਉਹ ਨਸ਼ਾ ਭੇਡ ਚਾਲ ਦੇ ਵਿੱਚ ਪੈਣ ਦਾ ਨਸ਼ਾ ਹੈ। ਜਦੋਂ ਰਾਮ ਰਹੀਮ ਦੇ ਮਾਮਲੇ ਦੇ ਵਿੱਚ, ਰਣਜੀਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਦੋਂ ਕੱਲ ਜਿਹੜਾ ਫੈਸਲਾ ਸੁਣਾਇਆ ਜਾਣਾ ਸੀ, ਉਹ ਤਰੀਕ ਜਿਹੜੀ 18 ਤਰੀਕ ਮੁਕਰਰ ਕੀਤੀ ਹੈ। ਕਿਹਾ ਜਾ ਰਿਹਾ ਕਿ 18 ਤਰੀਕ ਨੂੰ ਫੈਸਲਾ ਆ ਸਕਦਾ ਹੈ। ਤੇ ਇੱਕ ਸਵਾਲ ਨਾ ਮਨ ਦੇ ਵਿੱਚ ਉੱਠਦਾ ਹੈ, ਸਵਾਲ ਇਹ ਉੱਠਦਾ ਹੈ ਕਿ ਇੰਨੀ ਭੀੜ ਇਕੱਠੀ ਹੁੰਦੀ ਹੈ ਉੱਥੇ, ਉਹ ਭੀੜ ਉੱਥੇ ਇਕੱਠੀ ਹੁੰਦੀ ਹੈ ਕਿਸੇ ਵਿਸ਼ਵਾਸ ਕਰਕੇ ਇਕੱਠੀ ਹੁੰਦੀ ਹੈ, ਕੋਈ ਭਰੋਸੇ ਕਰਕੇ ਇਕੱਠੀ ਹੁੰਦੀ ਹੈ, ਔਰ ਫਿਰ ਜਿਹੜਾ ਕਹੀਏ ਕਿ ਰਾਮ ਰਹੀਮ ਦੀ ਜ਼ਿੰਦਗੀ 'ਚ ਬਦਲਾਅ ਆਉਂਦੇ ਨੇ ਜਾਂ ਜੋ ਵੀ ਚੀਜ਼ਾਂ ਹੁੰਦੀਆਂ ਨੇ, ਜੋ ਵੀ ਘਟਨਾਵਾਂ ਹੁੰਦੀਆਂ ਨੇ, ਕਿਸ ਤਰ੍ਹਾਂ ਹੁੰਦੀਆਂ ਨੇ? ਦੇਖੋ, ਗੱਲ ਇਹ ਹੁੰਦੀ ਹੈ ਕਿ ਬਹੁਤ ਵਾਰੀ ਤਾਂ ਇਹ ਹੁੰਦਾ ਕਿ ਕਿਸੇ ਧਰਮ ਦੇ ਵਿੱਚ ਕਿਸੇ ਖਾਸ ਸ਼੍ਰੇਣੀ ਨੂੰ ਜਦੋਂ ਸਤਿਕਾਰ ਨਹੀਂ ਮਿਲਦਾ। ਤੁਸੀਂ ਵੇਖਿਆ ਹੋਣਾ ਕਿ ਬਾਹਰ ਜੇ ਜਾਈਏ ਆਪਾਂ, ਉੱਥੇ ਇੰਗਲੈਂਡ 'ਚ ਮੈਂ ਗਿਆ, ਉੱਥੇ ਦੇਖਿਆ ਗੁਰਦੁਆਰਾ ਰਾਮਗੜੀਆ ਸਿੱਖ ਟੈਂਪਲ। ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਿੱਥੇ ਜਾਤ ਪਾਤ, ਫਿਰਕਾ ਜਾਂ ਧਰਮ ਦੀਆਂ ਦੀਵਾਰਾਂ ਦੀ ਕੋਈ ਅਹਿਮੀਅਤ ਨਹੀਂ ਹੈ, ਉੱਥੇ ਜਦੋਂ ਇਹਨਾਂ ਲੋਕਾਂ ਨੂੰ ਇਹ ਲੱਗਿਆ, ਜਿਹੜੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸੀ, ਦਬੇ ਕੁਚਲੇ ਲੋਕ ਸੀ, ਉਹਨਾਂ ਨੂੰ ਇਹ ਪਤਾ ਲੱਗਿਆ, ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਦਿਲੀ ਕਿ ਜਿਹੜੇ
ਸਿੱਖ ਧਰਮ ਵਾਲੇ ਨੇ, ਗੁਰਦੁਆਰਾ ਵਾਲੇ ਨੇ ਸਾਨੂੰ ਸਤਿਕਾਰ ਨਹੀਂ ਦਿੰਦੇ ਜੀ ਔਰ ਅਜੇ ਵੀ ਜਿਹੜੀ ਛੂਆ-ਛੂਤ ਹੈ ਜੀ ਉਹ ਇਹਨਾਂ ਦੇ ਮਨਾਂ ਵਿੱਚੋਂ ਨਹੀਂ ਨਿਕਲੀ, ਇਹ ਦੁਰਗੰਧ ਜਿਉਂਦੀ ਤਿਉਂ ਕਾਇਮ ਹੈ। ਤਾਂ ਉਹ ਫਿਰ ਡੇਰਿਆਂ ਵੱਲ ਖਿੱਚੇ ਜਾਣ ਲੱਗੇ। ਇੱਕ ਇਹ ਹੈ ਕਿ ਜਦੋਂ 1947 ਦਾ ਸਿੱਖ ਕਤਲੇਆਮ ਹੋਇਆ, ਉਸ ਤੋਂ ਬਾਅਦ ਦੀ ਡਿਵੈਲਪਮੈਂਟ ਇਹ ਹੈ ਕਿ ਲੋਕ ਇਸ ਤਰ੍ਹਾਂ ਹੋ ਗਏ ਕਿ ਉਹਨਾਂ ਨੂੰ ਲੱਗਿਆ ਯਾਰ ਕੋਈ ਰੂਹਾਨੀ ਰਸਤਾ ਐਸਾ ਮਿਲੇ ਜਿਹਦੇ ਨਾਲ ਸਾਡੀ ਰੂਹਾਨੀ ਤ੍ਰਿਪਤੀ ਹੋਵੇ। ਔਰ ਇਹ ਸਾਰਾ ਕੁਝ ਜੋ ਹੋਇਆ, ਇਹ ਜਿਹੜਾ ਲਹੂ ਡੁੱਲਿਆ, ਇਹਦੇ ਤੋਂ ਲੋਕ ਮਾਯੂਸ ਹੋ ਗਏ। 29 ਸਤੰਬਰ 1948 ਨੂੰ ਇੱਕ ਵਿਅਕਤੀ ਸੀਗਾ ਜਿਹਦਾ ਨਾਂ ਸੀ ਬਲੋਚਿਸਤਾਨੀ ਮਸਤਾਨਾ ਬਲੋਚਿਸਤਾਨੀ ਜੀ। ਉਹਨਾਂ ਦੇ ਜਿਹੜੇ ਗੁਰੂ ਸੀ ਬਾਬਾ ਸਾਵਨ ਸਿੰਘ, ਉਹ ਪਤਾ ਕੌਣ ਸੀ? ਜਿਹੜਾ ਰਾਧਾ ਸਵਾਮੀ ਸਤਸੰਗ ਬਿਆਸ ਹੈ, ਇਹਨਾਂ ਦੇ ਦੂਸਰੇ ਗੁਰੂ ਸੀ ਉਹ ਜੀ। ਔਰ ਉੱਥੋਂ ਇਹ ਕਲਟ ਸ਼ੁਰੂ ਹੁੰਦਾ। ਹੌਲੀ ਹੌਲੀ ਉਹ ਰਾਧਾ ਸਵਾਮੀ ਸਤਸੰਗ ਬਿਆਸ ਵਾਲਿਆਂ ਨਾਲੋਂ ਅਲੱਗ ਹੋ ਗਏ। ਉਹਨਾਂ ਨੇ ਹਰਿਆਣੇ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਗੈਰਾ 'ਚ 25 ਆਸ਼ਰਮ ਬਣਾਏ। ਉਸ ਤੋਂ ਬਾਅਦ ਇੱਕ ਹੋਰ ਵਿਅਕਤੀ ਆ ਗਿਆ, ਸ਼ਾਹ ਸਤਨਾਮ। ਸ਼ਾਹ ਸਤਨਾਮ ਹੈ ਜਿਹੜਾ, ਮੈਂ ਸ਼ਾਹ ਸਤਨਾਮ ਜੀ ਕੋਲੋਂ ਨਾਮ ਸ਼ਬਦ ਲੈਣ ਗਿਆ ਜੀ, ਕਿਉਂਕਿ ਸਾਡੇ ਘਰ ਦਾ ਜਿਹੜਾ ਮਾਹੌਲ ਸੀ ਉਹ ਬੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਮਤਲਬ ਇਵੇਂ ਸੀ ਆਸਥਾ ਬਹੁਤ, ਕਿ ਅਸੀਂ ਸਾਡੇ ਘਰ ਦੇ ਵਿੱਚ ਕਿਸੇ ਗੁਰੂ ਨੂੰ ਜਾਂ ਹੋਰ ਨੂੰ, ਕਿਸੇ ਦੇਹਧਾਰੀ ਬੂਬਨੇ ਨੂੰ ਨਹੀਂ ਮੰਨਦੇ ਸੀ ਜੀ। ਪਰ ਮੇਰਾ ਇੱਕ ਮਿੱਤਰ ਸੀਗਾ ਜਿਹੜਾ ਅੱਜ ਕੱਲ੍ਹ ਇੰਗਲੈਂਡ ਹੈ, ਉਹ ਮੈਨੂੰ ਕਹਿੰਦਾ ਵੀ ਉੱਥੇ ਅੰਮ੍ਰਿਤ ਵਰਦਾ। ਉਦੋਂ ਇਹ ਸ਼ੁਰੂ ਹੋਇਆ ਸੀ ਤੇ ਬਠਿੰਡੇ ਕੋਲ ਇੱਕ ਪਿੰਡ ਹੈ ਝੁੰਬਾ ਜੀ। ਉਹ ਨਹਿਰ ਦੀ ਪੜੀ ਜਾਈਏ ਤਾਂ ਅਸੀਂ ਸਾਈਕਲ ਤੇ ਗਏ ਉੱਥੇ। ਤੇ ਉੱਥੇ ਨਾ ਜਦੋਂ ਗਏ, ਉੱਥੇ 4 ਕੀ ਮਤਲਬ ਟੋਟਰੂ ਹੋਣੇ ਆ, ਸਾਡੇ ਗਰਮੀਆਂ ਦੇ ਦਿਨ ਸੀ। ਤਾਂ ਹੋਇਆ ਕਿ ਹੌਲੀ ਹੌਲੀ 15-20 ਹੋ ਗਏ, ਫਿਰ 30 ਕੁ ਬੰਦੇ ਹੋਣੇ ਆ। ਤੇ ਸ਼ਾਹ ਸਤਨਾਮ ਜੀ ਆ ਗਏ ਤੇ ਉਦੋਂ ਲੋਕ ਉੱਥੇ ਜਦੋਂ ਆਏ ਤਾਂ ਕਹਿੰਦੇ ਸੀ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ। ਇਹ ਜਿਹੜਾ ਦਨ ਦਨ ਸਤਿਗੁਰੂ ਤੇਰਾ ਹੀ ਆਸਰੇ ਦਾ ਜਕਾਰਾ ਜੋ ਇਹ ਸਮਝਦੇ ਨੇ, ਇਹ ਬਲੋਚਿਸਤਾਨੀ ਮਸਤਾਨਾ, ਜਿਹੜੇ ਮਸਤਾਨਾ ਬਲੋਚਿਸਤਾਨੀ ਜਿਹਨਾਂ ਨੂੰ ਕਹਿੰਦੇ ਆਪਾਂ, ਇਹ ਉਹਨਾਂ ਨੇ ਦਿੱਤਾ ਸੀ। ਹੁਣ ਹੋਇਆ ਕਿ ਜਦੋਂ ਉੱਥੇ ਗਏ, ਉੱਥੇ ਨਾਟਕ ਕੀ ਵਾਪਰਿਆ ਕਿ ਨਾ, ਜਦੋਂ ਵੀ ਉਹ ਉੱਥੇ ਕੁੜੀਆਂ ਸੀਗੀਆਂ, ਉਹ ਗਾ ਕੇ ਕੁਝ ਬੋਲਦੀਆਂ ਸੀ, ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਇਹ ਸੋਚੀ ਜਾਵਾਂ ਵੀ ਇਹ ਦਨ ਕਿਉਂ ਕਹਿੰਦੇ ਆ, ਧਨ ਕਿਉਂ ਨਹੀਂ ਕਹਿੰਦੇ ਜੀ। ਮੇਰਾ ਵੀ ਸਵਾਲ ਵੈਸੇ ਆਉਣ ਵਾਲਾ ਸੀਗਾ, ਮੇਰੇ ਦਿਮਾਗ 'ਚ ਇਹ ਜੋ ਕਹ ਲੋ ਕੁੱਤਾ ਫਸ ਗਿਆ। ਚਲੋ, ਉਹ ਹੁਣ ਨਾ ਉਹਨਾਂ ਨੇ ਇੱਕ ਮੁੰਦਰੀਆਂ ਰੱਖੀਆਂ ਹੋਈਆਂ ਸੀਗੀਆਂ ਉੱਥੇ ਤੇ ਥਾਲੀ ਦੇ ਵਿੱਚ, ਉਹ ਨਾ ਮੁੰਦਰੀਆਂ ਮਤਲਬ ਆਈਂ ਛੱਡ ਦਿੰਦੇ ਸੀ ਬੈਠੇ ਬੈਠੇ। ਮੈਂ ਤਾਂ ਬੜੀਆਂ ਛਾਲਾਂ ਮਾਰੀਆਂ ਬਾਂਦਰਾਂ ਨੂੰ, ਕਦੇ ਉਧਰ, ਮੁੰਦਰੀ ਨਹੀਂ ਮੇਰੇ ਕੋਲੇ ਆਈ। ਉਸ ਤੋਂ ਬਾਅਦ ਨਾਮ ਸ਼ਬਦ ਦੇਣਾ ਸੀਗਾ। ਹੁਣ ਜਦੋਂ ਨਾਮ ਸ਼ਬਦ ਦੇਣਾ ਸੀ, ਉਹਨੇ ਇੱਕ ਕਤਾਰ 'ਚ ਖੜੇ ਕਰ ਲਏ। ਤਾਂ ਜਿਹੜੇ ਉਹਨਾਂ ਦੇ ਕਰਿੰਦੇ ਸੀ, ਉਹ ਐਵੇਂ ਬੰਦੇ ਨੂੰ ਫੜ ਕੇ ਬਾਹਰ ਕੱਢ ਦਿੰਦੇ ਸੀ, ਹਾਂ ਵੀ ਤੂੰ ਬਾਹਰ ਆ ਜਾ, ਤੈਨੂੰ ਨਹੀਂ ਮਿਲਣਾ, ਤੇਰੇ ਮਨ 'ਚ ਮੈਲ ਹੈ। ਮੈਂ ਸ਼ੁਰੂ ਤੋਂ ਬੜਾ ਸ਼ਰਾਰਤੀ ਸੀ। ਚਲੋ ਅਸੀਂ ਵਿਹੜੇ 'ਚ ਬਹਿ ਗਏ ਤੇ ਬਾਬਾ ਜੀ ਇਹ ਸ਼ਾਹ ਸਤਨਾਮ ਜੀ ਕੁਰਸੀ ਤੇ ਬਹਿ ਗਏ। ਇਹਨਾਂ ਨੇ ਕਾਲੇ ਰੰਗ ਦੀ ਲੋਈ ਉੱਤੇ ਲੈ ਲਈ ਤੇ ਉੱਤੇ ਲੈ ਕੇ ਇਹਨਾਂ ਨੇ ਕਿਹਾ ਸਤਪੁਰਖ, ਤੇ ਮੇਰੇ ਮਨ 'ਚ ਜਿਹੜੀ ਗਾਲ ਆਈ ਮੈਂ ਉਹੀ ਕੱਢੀ। ਫਿਰ ਇਹਨਾਂ ਨੇ ਕਿਹਾ ਅਬਨਾਸ਼ੀ। ਫਿਰ ਮੈਂ ਮਤਲਬ ਜਿੱਡੀ ਵੱਡੀ ਤੋਂ ਵੱਡੀ ਗਾਲ ਕੱਢ ਸਕਦਾ ਸੀ ਮੂੰਹ ਚੋਂ ਕੱਢੀ, ਕਿਉਂਕਿ ਮੈਂ ਚਾਹੁੰਦਾ ਸੀ ਵੇਖਣਾ ਕਿ ਮੇਰੇ ਮਨ 'ਚ ਇੰਨੀ ਮੈਲ ਹੋਣ ਦੇ ਬਾਵਜੂਦ ਇਹ ਮੈਨੂੰ ਵੀ ਦੇ ਰਹੇ ਨੇ। ਸਤਪੁਰਖ, ਅਬਨਾਸੀ ਤੇ ਨਿਰੰਕਾਰ, ਇਹ 3 ਸ਼ਬਦ ਸੀਗੇ। ਫਿਰ ਇਹਨਾਂ ਨੇ ਕਿਹਾ ਜਦੋਂ ਕਿ ਇਹ ਤੁਸੀਂ ਕਿਸੇ ਨੂੰ ਦੱਸਣਾ ਨਹੀਂ, ਇਹਦੀ ਪਾਵਰ, ਇਹਦੀ ਸ਼ਕਤੀ ਘਟ ਜੂ। ਤਾਂ ਮੇਰੇ ਮਨ 'ਚ ਬੱਚੇ ਹੋਣ ਦੇ ਬਾਵਜੂਦ, ਮੈਂ ਉਦੋਂ 9ਵੀਂ ਕਲਾਸ 'ਚ ਪੜ੍ਹਦਾ ਸੀ, ਉਹ ਮੈਂ ਕਿਹਾ ਜੇ ਇਹ ਫਿਰ ਹੈ ਕੀ, ਇਹ ਸ਼ਕਤੀ ਵਧਣੀ ਚਾਹੀਦੀ ਹੈ ਅਗਲੇ ਦੀ ਕਿ ਸ਼ਕਤੀ ਘਟਣੀ ਚਾਹੀਦੀ ਹੈ? ਕਿ ਮੈਂ ਸ਼ਕਤੀ ਤੁਹਾਨੂੰ ਪ੍ਰਵਾਹਿਤ ਕਰਤੀ, ਤੁਹਾਡੀ ਸ਼ਕਤੀ ਆ ਜਾਣੀ ਚਾਹੀਦੀ ਹੈ। ਤੇ ਫਿਰ ਜੇ ਮੇਰੀ ਸ਼ਕਤੀ ਘਟ ਗਈ ਤੇ ਫਿਰ ਇਹਦੇ 'ਚ ਹੈ ਕੀ? ਹੁਣ ਸਾਡਾ ਨਾਂ ਨੰਬਰ ਨੋਟ ਕਰ ਲਿਆ, ਤੂੰ ਕਾਕਾ ਕਿਹੜੇ ਸਕੂਲ 'ਚ ਪੜ੍ਹਨਾ ਹੈ, ਕਿਹੜੇ ਮਹੱਲੇ 'ਚ ਰਹਿਣਾ ਹੈ, ਤੇਰੇ ਪਿਤਾ ਦਾ ਕੀ ਨਾਮ ਹੈ, ਤੇਰੀ ਮਾਤਾ ਦਾ ਕੀ ਨਾਮ ਹੈ, ਤੁਹਾਡੇ ਘਰ ਦਾ ਨੰਬਰ ਕੀ ਹੈ। ਤਾਂ ਮੈਂ ਆ ਗਿਆ, ਮੇਰਾ ਮਨ ਨਹੀਂ ਹੋਇਆ। ਇੱਕ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀਗਾ ਤੇ ਇੱਕ ਬੰਦਾ ਮੈਨੂੰ ਮਿਲਿਆ, ਮੈਨੂੰ ਕਹਿੰਦਾ ਤੁਹਾਡੇ ਚਿਹਰੇ ਤੇ ਬੜਾ ਨੂਰ ਹੈ, ਕੋਈ ਨਾਮ ਸ਼ਬਦ ਲਿਆ। ਤਾਂ ਮੈਂ ਇੱਕੋ ਦਮ ਹੈਰਾਨ ਹੋ ਗਿਆ। ਮੈਂ ਕਿਹਾ ਵੀ ਇਹ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ? ਤੇ ਉਹ ਕਹਿੰਦਾ ਵੀ ਤੁਸੀਂ ਜ਼ਰੂਰ ਕੋਈ ਨਾਮ ਸ਼ਬਦ ਲਿਆ ਹੋਣਾ। ਬੰਦਾ ਜੀ, ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਸਾਰਾ ਇੱਕ ਤਰ੍ਹਾਂ ਦਾ ਨੈਟਵਰਕ ਹੈ, ਇਹ ਕ੍ਰੀਏਟ ਕੀਤਾ ਜਾ ਰਿਹਾ ਹੈ। ਔਰ ਜਿਹੜੇ ਲੋਕ ਮਤਲਬ ਇਸ ਡੇਰੇ 'ਚ ਆਉਂਦੇ ਨੇ, ਉਹਨਾਂ ਨੂੰ ਇੱਥੇ ਲਿਆਉਣ ਵਾਸਤੇ ਕੁਝ ਇੱਕ ਬੰਦੇ ਮੁਕਰਰ ਕੀਤੇ ਹੋਏ ਨੇ, ਜਿਨ੍ਹਾਂ ਨੂੰ ਕੁਝ ਲਾਲਚ ਦਿੱਤਾ ਜਾਂਦਾ ਤੇ ਹੌਲੀ ਹੌਲੀ ਲੋਕ ਇਸ ਤਰ੍ਹਾਂ ਜੁੜਦੇ ਜਾਂਦੇ। ਸ਼ਾਹ ਸਤਨਾਮ ਹੋਰਾਂ ਤੋਂ ਬਾਅਦ ਇਹ ਬੰਦਾ ਆ ਗਿਆ। ਜਿਹੜੇ ਸ਼ਾਹ ਸਤਨਾਮ ਸੀਗੇ, ਇਹ ਵੀ ਇੱਕ ਫੈਕਟ ਹੈ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੁਰਜੰਟ ਸਿੰਘ ਰਾਜਸਥਾਨੀ ਨਾਮ ਦਾ ਇੱਕ ਖਾੜਕੂ ਸਿੰਘ ਹੁੰਦਾ ਸੀ। ਉਹਦੇ ਕੋਲੇ ਜਾ ਕੇ ਗੁਰਮੀਤ ਰਾਮ ਰਹੀਮ ਦੀ ਮਾਤਾ ਨੇ ਕਿਹਾ ਕਿ ਜਿਹੜਾ ਸ਼ਾਹ ਸਤਨਾਮ ਹੈ ਉਹਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ ਔਰ ਮੇਰਾ ਜਿਹੜਾ ਬੇਟਾ ਹੈ ਉਹ ਉਹਨੂੰ ਗੱਦੀ ਨਹੀਂ ਦੇ ਕੇ ਰਾਜੀ। ਤੇ ਫਿਰ ਗੁਰਜੰਟ ਸਿੰਘ ਰਾਜਸਥਾਨੀ ਨੇ ਜਾ ਕੇ ਜਦੋਂ ਸ਼ਾਹ ਸਤਨਾਮ ਦੀ ਧੌਣ ਤੇ ਰੱਖਿਆ ਗੋਡਾ, ਤਾਂ ਉਹਨੇ ਕਹਿਤਾ ਭਾਈ ਜਿਹੜਾ ਅਗਲਾ ਗੁਰੂ ਹੈ
ਉਹ ਉੱਥੇ ਆ ਜੀ ਉਹ ਰਾਜਸਥਾਨ ਸੀ ਕਿਤੇ ਤੇ ਜਨਤਾ ਟੁੱਟ ਕੇ ਪੈ ਗਈ ਕਿਉਂਕਿ ਇੰਨੇ ਸੀਗੇ ਤੇ ਇਹ ਬਣ ਗਿਆ। ਇਹ ਬੰਦਾ ਜਿਹੜਾ ਸ਼ੁਰੂ ਤੋਂ ਹੀ ਇਹ ਬਦ ਕਿਰਦਾਰ ਸੀ, ਜਦੋਂ ਇਹਦੇ ਕੋਲੇ ਤਾਕਤ ਆ ਗਈ, ਸਰਮਾਇਆ ਆ ਗਿਆ, ਪੈਸਾ ਆ ਗਿਆ, ਤਾਂ ਇਸ ਨੇ ਫਿਰ ਆਪਣੇ ਇਸ ਡੇਰੇ ਨੂੰ ਬਦਮਾਸ਼ੀ ਦਾ ਬਹੁਤ ਵੱਡਾ ਅੱਡਾ ਬਣਾ ਲਿਆ ਜੀ। ਔਰ ਲੋਕ ਜਿਹੜੇ ਵਿਚਾਰੇ ਗਰੀਬ ਸੀਗੇ ਔਰ ਇੱਥੋਂ ਤੱਕ ਕਈ ਚੰਗੇ ਭਲੇ ਅਕਲਮੰਦ ਵੀ ਆਪਣੀਆਂ ਬੇਟੀਆਂ ਨੂੰ ਉੱਥੇ ਛੱਡਿਆ। ਔਰ ਇਹ ਗੱਲ ਇਉਂ ਪ੍ਰਚਲਿਤ ਹੋਈ ਕਿ ਬਾਪ ਆਪਣੀ ਬੇਟੀ ਨੂੰ ਪੁੱਛਦਾ ਹੈ ਕਿ ਪਿਤਾ ਜੀ ਨੇ ਬੇਟਾ ਤੈਨੂੰ ਆਪਣੀ ਗੁਫਾ 'ਚ ਬੁਲਾਇਆ ਕਦੇ? ਇਹ ਲੱਗਦਾ ਸੀ ਕਿ ਜੇ ਪਿਤਾ ਜੀ ਗੁਫਾ 'ਚ ਬੁਲਾਉਣਗੇ ਤਾਂ ਪਿਤਾ ਜੀ ਦੀ ਕਿਰਪਾ ਹੋਊਗੀ, ਪਰ ਪਿਤਾ ਜੀ ਨੇ ਜੋ ਗੰਦ ਪਾਇਆ, ਜਦੋਂ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਬਾਹਰ ਨਿਕਲੀਆਂ ਤਾਂ ਇੱਕ ਲੜਕੀ ਨੇ ਉਸ ਵੇਲੇ ਇੱਕ ਖਤ ਲਿਖਤਾ, ਤੁਹਾਨੂੰ ਪਤਾ ਹੋਣਾ, ਚੀਫ ਜਸਟਿਸ ਨੂੰ, ਔਰ ਉਹਨੇ ਜਿੱਥੇ ਜਿੱਥੇ ਵੀ ਖਤ ਲਿਖੇ, ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਠੀਕ ਹੈ, ਉਹਦੇ ਤੇ ਸੁਮੋਟੋ ਨੋਟਿਸ ਲਿਆ ਗਿਆ ਆਪਣੇ ਆਪ ਤੇ ਇਹਦੀ ਜਾਂਚ ਪੜਤਾਲ ਸ਼ੁਰੂ ਹੋ ਗਈ ਜੀ। ਜਿਹੜਾ ਵਿਅਕਤੀ ਰਣਜੀਤ ਸਿੰਘ ਜਿਹਦੇ ਸੰਬੰਧ ਵਿੱਚ 18 ਤਰੀਕ ਤੱਕ ਫੈਸਲਾ ਡੈਫਰ ਕੀਤਾ ਗਿਆ, ਉਹਦੀ ਆਪਣੀ ਜਿਹੜੀ ਸਿਸਟਰ ਸੀ ਉਹਦੇ ਨਾਲ ਵੀ ਉੱਥੇ ਇਹ ਕੁਪੱਤ ਹੋਇਆ, ਜਿਸ ਤੋਂ ਗੁੱਸੇ 'ਚ ਆ ਕੇ ਉਸਨੂੰ ਉਹ ਸਾਰੀ ਗੱਲ ਦਾ ਪਤਾ ਲੱਗਿਆ। ਉਹਨੇ ਇੱਕ ਚਿੱਠੀ ਡਿਸਟ੍ਰੀਬਿਊਟ ਕਰਤੀ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕਿ ਇੱਥੇ ਆਹ ਕੁਝ ਹੁੰਦਾ ਹੈ, ਬਹੁਤ ਵੱਡਾ ਬਦਮਾਸ਼ੀ ਦਾ ਅੱਡਾ ਹੈ। ਉਹਨੂੰ ਧਮਕਾਇਆ ਗਿਆ, ਅਲਟੀਮੇਟਲੀ ਹੀ ਵਾਸ ਮਰਡਰਡ। ਪਰ ਉਸ ਤੋਂ ਪਹਿਲਾਂ ਰਾਮਚੰਦਰ ਛਤਰਪਤੀ ਦਾ ਕਤਲ ਹੋਇਆ। ਠੀਕ, ਹੁਣ ਇਹ ਹੈ, ਇਹ ਸਾਰੇ ਪਾਜ ਯਕਦਮ ਉਗੜੇ, ਪਰ ਜਿਹੜੇ ਅੰਨੇ ਲੋਕ ਹੁੰਦੇ ਨੇ ਨਾ, ਉਹ ਕਦੇ ਵਿਸ਼ਵਾਸ ਨਹੀਂ ਕਰਦੇ। ਉਹਨਾਂ ਨੂੰ ਇਹ ਹੁੰਦਾ ਹੈ, ਪਰ ਜਿੰਨੇ ਡੇਰੇ ਨੇ ਪੰਜਾਬ ਦੇ ਵਿੱਚ, ਉਹ ਕਹਿੰਦੇ ਨਾ ਕੁਝ ਕਿਰਦਾਰ ਜਿਹੜੇ ਆਪਾਂ ਨੂੰ ਚੰਗੇ ਲੱਗਦੇ ਨੇ ਨਾ, ਉਹ ਸਿਰਫ ਇਸ ਕਰਕੇ, ਇਹ ਜਿਹੜੇ ਆਸਥਾ ਵਾਲੇ ਧਾਰਮਿਕ ਡੇਰੇ ਨੇ, ਇਸ ਕਰਕੇ ਚੰਗੇ ਨੇ ਕਿਉਂਕਿ ਅਜੇ ਤੱਕ ਇਹ ਨੰਗੇ ਨਹੀਂ ਹੋਏ। ਹੌਲੀ ਹੌਲੀ ਸਭ ਦੇ ਭਾਗ ਉਗੜਨਗੇ। ਇੱਕ ਜਲੰਧਰ ਦਾ ਹੋਰ ਡੇਰਾ ਜਿਹੜਾ ਬਾਹਰ ਸ਼ਾਦੀਆਂ ਕਰਾਉਂਦਾ, ਠੀਕ ਹੈ, ਔਰ ਉਹ ਵੀ ਬੰਦਾ ਜਿਹੜਾ ਹੈ ਬਦ ਕਿਰਦਾਰ ਹੈ, ਮੈਂ ਉਹਦਾ ਨਾਂ ਨਹੀਂ ਲਵਾਂਗਾ, ਉਹਦੀ ਵੀ ਬੜੀ ਵੱਡੀ ਫੋਲੋਇੰਗ ਹੈ। ਇਹ ਲੋਕ ਤੁਹਾਨੂੰ ਕਹਿੰਦੇ ਆ ਮਾਇਆ ਨੂੰ ਛੱਡੋ। ਮਾਇਆ ਜਿਹੜੀ ਹੈ ਨਾਗਣੀ, ਇਹ ਭਵ ਸਾਗਰ ਪਾਰ ਕਰਨ ਵਾਸਤੇ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਇਹ ਮਾਇਆ ਜਾਲ ਚੋਂ ਨਿਕਲੋ। ਤੇ ਆਪ ਚਾਰਟਰਡ ਹਵਾਈ ਜਹਾਜ਼ਾਂ ਤੇ ਜਾਂਦੇ ਨੇ ਔਰ ਪ੍ਰਚਾਰ ਕਰਨ ਵਾਸਤੇ ਇਹ ਲੱਖਾਂ ਕਰੋੜਾਂ ਰੁਪਈਆ ਲੈਂਦੇ ਨੇ। ਇਹਨਾਂ ਦੇ ਡੇਰੇ ਨੇ ਜਿਹੜੇ ਬਹੁਤ ਵੱਡੇ ਬਦਮਾਸ਼ੀ ਦੇ ਅੱਡੇ ਨੇ, ਬਹੁਤ ਵੱਡੇ ਮਹਿਲ ਬਣਾਏ, ਉੱਥੇ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੌਣ ਨਹੀਂ ਜਾਣਦਾ। ਸੋ ਇਸ ਕਰਕੇ ਇਹ ਜਿਹੜਾ ਬੰਦਾ ਹੈ 18 ਤਰੀਕ ਨੂੰ ਇਹਨੂੰ ਸਖਤ ਤੋਂ ਸਖਤ ਸਜ਼ਾ ਦਾ ਮੁਤਾਲਬਾ ਕੀਤਾ ਗਿਆ। ਇੱਥੋਂ ਤੱਕ CBI ਦੇ ਜਿਹੜਾ ਪ੍ਰੋਸੀਕਿਊਸ਼ਨ ਹੈ ਉਹਨੇ ਇਹ ਕਿਹਾ ਕਿ ਇਹਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਪਹਿਲਾ ਇਹਦੇ ਤੇ ਬਲਾਤਕਾਰ ਦਾ ਕੇਸ ਹੈ ਜਿਹਦੇ 'ਚ ਇਹਨੂੰ 20 ਸਾਲ ਦੀ ਸਜ਼ਾ ਹੋਈ ਹੈ। ਦੂਜਾ ਰਾਮਚੰਦਰ ਛਤਰਪਤੀ ਕਤਲ ਕੇਸ ਹੈ ਜਿਹਦੇ 'ਚ ਇਹਨੂੰ ਉਮਰ ਕੈਦ ਹੋਈ ਹੈ, ਮਤਲਬ ਤਾਉਮਰ ਜੇਲ੍ਹ 'ਚ ਰਹੇਗਾ। ਹੁਣ ਆ ਰਣਜੀਤ ਸਿੰਘ ਕਤਲ ਕਾਂਡ ਦੇ ਵਿੱਚ ਜਿਹੜੀ ਸਜ਼ਾ 13 ਤਰੀਕ ਨੂੰ ਹੋਣੀ ਸੀ, ਉਹ ਇਸ ਕਰਕੇ ਡੈਫਰ ਕਰ ਦਿੱਤੀ ਗਈ ਹੈ ਕਿ ਜਿਹੜਾ ਬਾਕੀ ਬੰਦੇ ਇਹਦੇ ਨਾਲ ਮਸ਼ਕੂਕ ਨੇ, ਜਿਹੜੇ ਇਹਦੇ ਨਾਲ ਸ਼ਾਮਿਲ ਸੀਗੇ, ਇਹਦੇ ਸਹਿਕਰਮੀ ਸੀਗੇ ਜਿਹੜੇ, ਉਹਨਾਂ ਦੇ ਵਕੀਲ ਨੇ ਕਿਹਾ ਜੀ ਅਸੀਂ ਫੈਸਲਾ ਜਿਹੜਾ ਉਹ ਜੇ ਪੜ੍ਹਿਆ ਨਹੀਂਗਾ ਤਾਂ ਪੜ੍ਹ ਕੇ ਅਸੀਂ ਫਿਰ ਐਂ ਕਰਾਂਗੇ, ਤਾਂ ਤਾਂ ਕਰਕੇ ਉਹ 18 ਤਰੀਕ ਤੱਕ ਡੈਫਰ ਕੀਤਾ ਗਿਆ। ਹਾਂਜੀ, ਪਰ ਹੋਊਗੀ ਇਹਨੂੰ ਸਜ਼ਾ 20 ਸਾਲ ਦੀ ਹੋ ਜੇ ਜਾਂ ਇਹਨੂੰ ਫਾਂਸੀ ਦੀ ਸਜ਼ਾ ਹੋ ਜੇ, ਸਜ਼ਾ ਇਹਨੂੰ ਸਖਤ ਹੋਏਗੀ। ਭਗਤਾਂ ਨੂੰ ਤਾਂ ਵੈਸੇ ਉਮੀਦ ਹੈ ਕਿ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਏਗਾ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਬਾਬਾ ਰਾਮ ਰਹੀਮ ਚਮਤਕਾਰ ਕਰਨ ਵਾਲਾ ਬੰਦਾ ਹੈ। ਪਰ ਇਸ ਦੇ ਨਾਲ ਹੀ ਕੱਲ ਜਦੋਂ ਪੇਸ਼ੀ ਹੁੰਦੀ ਹੈ, ਮਾਫੀ ਚਾਹੁੰਦੀ ਹਾਂ, ਵੀਡੀਓ ਕਾਨਫਰੰਸਿੰਗ ਰਾਹੀਂ ਜਦੋਂ ਇਹ ਪੇਸ਼ੀ ਹੁੰਦੀ ਹੈ ਤਾਂ ਰਾਮ ਰਹੀਮ ਕਹਿੰਦੇ ਹੋਏ ਪਾਏ ਜਾਂਦੇ ਨੇ ਕਿ ਮੈਂ ਆ ਚੰਗੇ ਕੰਮ ਕੀਤੇ ਨੇ, ਜਿਹਦੇ ਵਿੱਚ ਉਹ ਸ਼ਾਇਦ ਬੂਟੇ ਲਾਉਣ ਦੀ ਗੱਲ ਕਰਦੇ ਨੇ, ਖੂਨਦਾਨ ਕੈਂਪ ਲਾਉਣ ਦੀ ਗੱਲ ਕਰਦੇ ਨੇ, ਹੋਰ ਵੀ ਇਸ ਤਰ੍ਹਾਂ ਦੇ ਕੰਮ ਗਣਾਉਂਦੇ ਨੇ ਔਰ ਕਹਿੰਦੇ ਨੇ ਕਿ ਮੇਰੀ ਜਿਹੜੀ ਸਜ਼ਾ ਹੈਗੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਉਹ ਦਿੱਤੀ ਜਾਵੇ। ਮੈਨੂੰ ਯਾਦ ਆਉਂਦਾ ਕਿ ਜਦੋਂ ਸਲਮਾਨ ਖਾਨ ਬਹੁਤ ਸਾਰੇ ਮਾਮਲਿਆਂ ਵਿੱਚ ਫਸਦੇ ਆ, ਉਦੋਂ ਵੀ ਸਲਮਾਨ ਖਾਨ ਦੇ ਕੀਤੇ ਹੋਏ ਚੰਗੇ ਕੰਮ ਜਿਹੜੇ ਨੇ ਉਹ ਪ੍ਰਚਾਰਿਤ ਕੀਤੇ ਜਾਂਦੇ ਨੇ ਔਰ ਬਹੁਤ ਸਾਰੇ ਮਾਮਲਿਆਂ 'ਚ ਇਸ ਤਰ੍ਹਾਂ ਹੁੰਦਾ। ਇੱਕ ਤੁਹਾਨੂੰ ਮੈਂ ਦੱਸਾਂ ਜੀ, ਤੁਸੀਂ ਵੇਖਿਆ ਹੋਣਾ ਕਿ ਕਈ ਸਾਧ ਬੂਬਨੇ ਨੇ ਜਿਹੜੇ ਹੈਗੇ ਤਾਂ ਉਹ ਬਦਕਿਰਦਾਰ, ਉਹਨਾਂ ਨੇ ਹਸਪਤਾਲ ਖੋਲ ਰੱਖੇ ਨੇ ਜੀ। ਇਹ ਸਾਰਾ ਕੁਝ ਕਿਉਂ ਕੀਤਾ ਜਾਂਦਾ ਹੈ? ਤੁਸੀਂ ਹਸਪਤਾਲ ਖੋਲ ਦਿਓ, ਚੈਰੀਟੇਬਲ ਹਸਪੀਟਲ, ਉੱਥੇ ਜੀ 10 ਰੁਪਏ ਦੀ ਪਰਚੀ ਹੈ ਜੀ, ਠੀਕ ਹੈ, ਤੁਹਾਡਾ ਡਾਇਲਿਸਿਸ ਵੀ ਮੁਫਤ ਹੁੰਦਾ ਜੀ, ਉੱਥੇ ਤੁਹਾਡਾ ਕੈਂਸਰ ਦਾ ਟ੍ਰੀਟਮੈਂਟ ਵੀ ਮੁਫਤ ਹੁੰਦਾ ਜੀ, ਉੱਥੇ ਸਾਰਾ ਕੁਝ। ਇਹ ਸਾਰਾ ਕੁਝ ਕਿਉਂ ਕੀਤਾ ਜਾਂਦਾ? ਕਿਉਂਕਿ ਇਹ ਇੱਕ ਪਰਦਾ ਹੈ, ਇਹਦੇ 'ਚ ਨਾ ਤੁਹਾਡੀਆਂ ਬਦਮਾਸ਼ੀਆਂ ਜਿਹੜੀਆਂ ਨੇ ਉਹ ਲੁਕ ਜਾਂਦੀਆਂ ਨੇ, ਵੀ ਬੜੇ ਧਰਮ ਕਰਮ ਦੇ ਕੰਮ ਹੁੰਦੇ ਨੇ। ਜਦੋਂ ਇਹ ਫਸਦੇ ਨੇ ਫਿਰ ਇਹ ਕਹਿੰਦੇ ਨੇ ਜੀ ਅਸੀਂ ਤਾਂ ਬੜਾ ਜੀ ਖੂਨਦਾਨ ਕੈਂਪ ਲਾਉਂਦੇ। ਖੂਨਦਾਨ ਕੈਂਪ ਦਾ ਮਤਲਬ ਤੁਹਾਨੂੰ ਇਹ ਗੱਲ ਦਾ ਸਰਟੀਫਿਕੇਟ ਮਿਲ ਗਿਆ
ਕਿ ਤੁਸੀਂ ਜਿਹੜੀਆਂ ਵਿਚਾਰੀਆਂ ਗਰੀਬ ਬੱਚੀਆਂ ਨੇ, ਮਾਜ਼ੂਰ ਬੱਚੀਆਂ ਨੇ, ਮਜਬੂਰ ਮਹਿਲਾਵਾਂ ਨੇ, ਜੀ ਤੁਸੀਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰੋ, ਹਮ, ਆਪਣੀਆਂ ਗੁਫਾ ਦੇ ਵਿੱਚ ਬੁਲਾ ਕੇ ਉਹਨਾਂ ਦੀ ਧੌਣ ਤੇ ਪਿਸਤੌਲ ਰੱਖ ਕੇ ਤੁਸੀਂ ਉਹਨਾਂ ਨਾਲ ਬਲਾਤਕਾਰ ਕਰੋ। ਜੀ ਮਤਲਬ ਇਹ ਸਾਰੀ ਖੁੱਲ੍ਹ ਤੁਹਾਨੂੰ ਤਾਂ ਮਿਲਦੀ ਹੈ ਹਮ, ਕਿ ਸੋਸ਼ਲ ਵਰਕ ਦਾ ਮਤਲਬ ਕੀ ਹੈ ਕਿ ਤੁਸੀਂ ਯਾਰ ਗੰਦਾ ਕੰਮ ਕਰੋ। ਹਮ, ਤੁਹਾਨੂੰ ਕੋਈ ਇਸ ਗੱਲ ਦੀ ਇਜਾਜ਼ਤ ਤਾਂ ਨਹੀਂ ਮਿਲ ਜਾਂਦੀ, ਪਰ ਕਾਨੂੰਨ ਨੇ ਤਾਂ ਆਪਣਾ ਕੰਮ ਕਰਨਾ ਹੈ ਨਾ। ਜੇ ਕੋਈ ਬੰਦਾ ਖੂਨਦਾਨ ਕੈਂਪ ਲਾਉਂਦਾ ਤੇ ਰਾਤ ਨੂੰ ਡਾਕੇ ਮਾਰਦਾ ਹੈ, ਜੀ ਕਿ ਕੀ ਫਿਰ ਉਸ ਨੂੰ ਇਸ ਕਰਕੇ ਸਜ਼ਾ ਨਾ ਦਿੱਤੀ ਜਾਵੇ ਕਿ ਉਹ ਖੂਨਦਾਨ ਕੈਂਪ ਦਿਨੇ ਲਾਉਂਦਾ ਸੀ ਤੇ ਰਾਤ ਨੂੰ ਡਾਕੇ ਜੀ, ਮਾਰਦਾ ਸੀ। ਜੀ ਇਹ ਸਾਰਾ ਕੁਝ ਜਿਹੜਾ ਹੈ ਇਹ ਸਿਰਫ ਸਜ਼ਾ ਤੋਂ ਬਚਣ ਦੀ ਇੱਕ ਤਰਕੀਬ ਹੈ। ਉਹਨੇ ਸੋਚੀ ਵੀ ਸ਼ਾਇਦ ਕਿਤੇ ਚੱਲ ਜੇ। ਜੀ ਜਦੋਂ ਇਹ ਵਿਅਕਤੀ ਦਾ ਜਾਦੂ ਸਿਰ ਚੜ੍ਹ ਬੋਲਦਾ ਸੀ, ਉਦੋਂ ਇਹ ਆਪਣੇ ਆਪ ਨੂੰ ਹਿੰਦੁਸਤਾਨ ਦੀ ਸਰਕਾਰ ਸਮਝਦਾ ਸੀ, ਔਰ ਇਹ ਕਿਸੇ ਮੰਤਰੀ ਤੋਂ, ਔਰ ਇਹ ਕਿਸੇ ਜੱਜ ਤੋਂ, ਜੀ ਕਿਸੇ ਕਾਨੂੰਨ ਤੋਂ, ਕਿਸੇ ਇਨਸਾਫ ਪ੍ਰਣਾਲੀ ਤੋਂ ਨਹੀਂ ਡਰਦਾ ਸੀ। ਔਰ ਇਹ ਖੁਦ ਕਹਿੰਦਾ ਸੀਗਾ ਕਿ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜੀ ਪਰ ਜਦੋਂ ਅਕਾਲ ਪੁਰਖ ਦਾ ਥੱਪੜ ਪੈਂਦਾ ਨਾ, ਕਹਿੰਦੇ ਅੱਤ ਖੁਦਾ ਦਾ ਵੈਰ ਹੈ, ਅੱਤ ਹੁੰਦੀ ਮਾੜੀ। ਜੀ ਜਦੋਂ ਇਹਨੇ ਆਤੀ ਚੱਕ ਲਈ ਨਾ, ਹਮ, ਤਾਂ ਫਿਰ ਤੁਸੀਂ ਦੇਖਿਆ ਵੀ ਇਹ ਜਿਸ ਸ਼ਿਕੰਜੇ 'ਚ ਫਸਿਆ, ਉਦੋਂ ਫਿਰ ਇਹ ਪਿੱਟਦਾ ਸੀ, ਰੋਂਦਾ ਸੀ। ਜੀ ਤੇ ਜੇ ਇਹ ਚਮਤਕਾਰ ਹੀ ਹੈ ਤਾਂ ਫਿਰ ਚਮਤਕਾਰ ਰਾਤ ਨੂੰ ਉੱਡ ਜੇ, ਜੇਲ੍ਹ ਚੋਂ ਬਿਲਕੁਲ। ਅਲੋਪ ਹੋ ਜੇ। ਬਿਲਕੁਲ ਅੰਧ ਭਗਤ, ਜਿਹੜੇ ਅੰਧ ਭਗਤ ਹੁੰਦੇ ਆ, ਉਹਦਾ ਮਤਲਬ ਹੁੰਦਾ ਅੰਨੇ ਭਗਤ। ਜੀ ਅੰਨੇ ਭਗਤ ਇਹ ਹੁੰਦੇ ਆ ਵੀ ਉਹ ਨਾ ਉਹਨਾਂ ਕੋਲੇ ਸੋਚਣ ਦੀ ਸ਼ਕਤੀ ਹੁੰਦੀ ਹੈ, ਨਾ ਉਹਨਾਂ ਕੋਲੇ ਵੇਖਣ ਦੀ ਸ਼ਕਤੀ ਹੁੰਦੀ ਹੈ, ਹਮ, ਔਰ ਕਿਉਂਕਿ ਉਹਨਾਂ ਕੋਲੇ ਤਰਕ ਦੀ ਘਾਟ ਹੁੰਦੀ ਹੈ, ਜੀ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਹਮ, ਜਿਹਦਾ ਅਸੀਂ ਲੰਗਰ ਪਾਣੀ ਛਕਦੇ ਰਹੇ ਹਾਂ, ਹਮ, ਜਿਹੜਾ ਸਾਡੀਆਂ ਕੁੜੀਆਂ ਦੇ ਵਿਆਹ ਕਰਦਾ ਰਿਹਾ ਹੈ, ਜੀ ਹਨਾ, ਜਿਹੜਾ ਸਾਨੂੰ ਥੋੜੀ ਬਹੁਤ ਦਿਲ ਫੁੱਲ ਵੀ ਦੇ ਕੇ ਜਾਂਦਾ ਰਿਹਾ, ਹਮ, ਤਾਂ ਇਹਦੇ ਖਿਲਾਫ ਅਸੀਂ ਜਾ ਹੀ ਨਹੀਂ ਸਕਦੇ। ਠੀਕ ਆ, ਉਹਨਾਂ ਦੀ ਸੋਚ ਇੰਨੀ ਮਤਲਬ ਜੜਤਾ ਪੈਦਾ ਹੋ ਜਾਂਦੀ ਹੈ ਉਹਦੇ 'ਚ ਕਿ ਉਹਨਾਂ ਕੋਲੇ ਤਰਕ ਤਾਂ ਰਹਿੰਦਾ ਹੀ ਕੋਈ ਨਹੀਂਗਾ। ਜੀ ਤਾਂ ਜਿੰਨੇ ਡੇਰੇ ਨੇ ਇਹਨਾਂ ਦੇ, ਕੋਈ ਢੱਡਰੀਆਂ ਵਾਲਾ ਹੋਵੇ, ਕੋਈ ਬੱਕਰੀਆਂ ਵਾਲਾ ਹੋਵੇ, ਕੋਈ ਭੇਡਾਂ ਵਾਲਾ ਹੋਵੇ, ਇਹ ਜਿਹੜੇ ਸਾਰੇ ਨੇ ਜੀ ਇਹ ਇੱਕ ਤਰ੍ਹਾਂ ਦੇ ਡਰਾਮੇਬਾਜ਼ ਨੇ। ਜੀ ਔਰ ਇਹਨਾਂ ਨੇ ਹੁਣ ਤੱਕ ਦਿੱਤਾ ਕੀ ਹੈ, ਹਮ, ਤੁਸੀਂ ਮੈਨੂੰ ਦੱਸੋ ਨਾ। ਜੇ ਇਹ ਕਹਿੰਦਾ ਨਾ ਵੀ ਮੈਂ ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਗਿਆ, ਜਿੰਨੀ ਇਹ ਗਿਣਤੀ ਦੱਸਦਾ ਨਾ, ਉਸ ਹਿਸਾਬ ਨਾਲ ਤਾਂ ਇਸ ਪੰਜਾਬ ਦੇ ਦੁੱਗਣੇ ਲੋਕ ਅੰਮ੍ਰਿਤ ਛਕੀ ਬੈਠੇ ਨੇ। ਜੀ ਤੇ ਹੋਇਆ ਕੀ ਹੈ? ਸ਼੍ਰੋਮਣੀ ਕਮੇਟੀ ਵੀ ਕਹੀ ਜਾਂਦੀ ਹੈ ਧਰਮ ਪ੍ਰਚਾਰ ਤੇ ਅਸੀਂ ਕਰੋੜਾਂ ਰੁਪਇਆ ਮਤਲਬ ਖਰਚ ਕਰਤਾ, ਜੀ ਤੇ ਮਾਲਵੇ 'ਚ ਤਾਂ ਅਜੇ ਤੱਕ ਪ੍ਰਚਾਰ ਕੂੜਾ ਸਾਧ ਦਾ ਹੀ ਹੋਈ ਜਾਂਦਾ ਰਿਹਾ। ਹਮ, ਉੱਥੇ ਤਾਂ ਕੋਈ ਸਿੱਖ ਮਤਲਬ ਬਣਾ ਨਾ ਸਕੇ। ਜੀ ਤੋ ਇਹ ਜਿਹੜੇ ਡੇਰੇ ਨੇ, ਇਹ ਐਕਚੁਅਲੀ ਬਹੁਤ ਵੱਡੇ ਵਪਾਰਕ ਕੇਂਦਰ ਨੇ। ਇਹਨਾਂ ਦਾ ਮਕਸਦ ਤੇ ਮਨੋਰਥ ਇੱਕੋ ਹੀ ਹੈ ਜੀ ਕਿ ਜਨਤਾ ਨੂੰ ਮੂਰਖ ਬਣਾ ਕੇ ਲੁੱਟੋ, ਜੀ ਉਹਨਾਂ ਨੂੰ ਚਮਤਕਾਰੀ ਸ਼ਕਤੀਆਂ ਦਾ ਇੱਕ ਭਰਮ ਦੇ ਕੇ ਉਹਨਾਂ ਦੀਆਂ ਜੇਬਾਂ ਖਾਲੀ ਕਰਵਾਓ, ਹਮ, ਬਾਹਰ ਅਮਰੀਕਾ ਕੈਨੇਡਾ ਜਾ ਕੇ ਪ੍ਰਚਾਰ ਕਰੋ, ਗੁਰਦੁਆਰਿਆਂ 'ਚੋਂ ਪੈਸਾ ਲਓ, ਹਮ, ਠੀਕ ਹੈ, ਬਾਣੀ ਵੇਚੋ, ਹਮ, ਬਾਣੀ ਦਾ ਤੁਸੀਂ ਕਹੋ ਜੀ ਪ੍ਰਚਾਰ ਕਰਦੇ ਨੇ। ਜੀ ਇਹ ਬਾਣੀ ਬੂਣੀ ਦਾ ਕੋਈ ਪ੍ਰਚਾਰ ਨਹੀਂ ਕਰਦੇ। ਹਮ, ਜੇ ਮਤਲਬ ਕੋਈ ਵਿਅਕਤੀ ਰੂਹਾਨੀ ਤੌਰ ਤੇ ਉੱਚਾ ਹੋ ਜੇ ਹਮ, ਤਾਂ ਫਿਰ ਉਹ ਐਸਾ ਡੰਬਰ ਨਹੀਂ ਕਰਦਾ। ਹਮ, ਗੁਰੂ ਨਾਨਕ ਪਾਤਸ਼ਾਹ ਕੋਲੇ ਕੋਈ ਮਹਿਲ ਨਹੀਂ ਸੀਗੇ, ਜੀ ਜਿੰਨੇ ਗੁਰੂ ਹੋਏ ਨੇ ਜੀ ਉਹਨਾਂ ਕੋਲੇ ਕੋਈ ਇੰਨੀਆਂ ਜਾਇਦਾਦਾਂ ਨਹੀਂ ਸੀਗੀਆਂ। ਠੀਕ, ਧਰਮ ਪ੍ਰਚਾਰ ਕੀਤਾ ਉਹਨਾਂ ਨੇ, ਆਪਣੇ ਜੀਵਨ ਨੂੰ ਹੀ ਇੱਕ ਹਮ, ਕਹਿ ਲਓ ਸੂਰਜ ਬਣਾ ਲਿਆ, ਹਮ, ਔਰ ਉਹਦੀ ਰੌਸ਼ਨੀ ਅੱਜ ਵੀ ਫੈਲ ਰਹੀ ਹੈ। ਪਰ ਇਹ ਜਿਹੜੇ ਲੋਕ ਨੇ, ਹਮ, ਇਹ ਸਾਰੇ ਦੁਕਾਨਦਾਰ ਨੇ, ਹਮ, ਵਪਾਰੀ ਨੇ, ਹਮ, ਠੱਗ ਨੇ, ਹਮ, ਬਦਮਾਸ਼ ਨੇ। ਇਹ ਗੱਲ ਜਿੰਨੀ ਦੇਰ ਤੱਕ ਲੋਕਾਂ ਨੂੰ ਸਮਝ ਨਹੀਂ ਆਉਂਦੀ, ਉਨੀ ਦੇਰ ਤੱਕ ਵੰਦਨਾ ਜੀ ਜੀ ਸਾਡੀ ਰੂਹਾਨੀ ਤਰੱਕੀ ਨਹੀਂ ਹੋ ਸਕਦੀ। ਜੀ ਅਸੀਂ ਕਿਸੇ ਹੋਰ ਮਤਲਬ ਆਪਣੇ ਸੱਚੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਮਗਰ ਲੱਗੇ। ਤੁਹਾਨੂੰ ਮੰਨ ਲਓ ਤੁਹਾਨੂੰ ਸ਼ਿਵ 'ਚ ਵਿਸ਼ਵਾਸ ਹੈ, ਹਮ, ਤੁਸੀਂ ਸ਼ਿਵ ਨੂੰ ਸਮਰਪਿਤ ਹੋ, ਜੀ ਠੀਕ ਹੈ, ਔਰ ਤੁਹਾਨੂੰ ਇਹ ਮੁਜ਼ਾਹਰਾ ਕਰਨ ਦੀ ਜ਼ਰੂਰਤ ਤਾਂ ਨਹੀਂ ਨਾ। ਜੀ ਜੇ ਤੁਹਾਨੂੰ ਕੋਈ ਹੋਰ ਬੰਦਾ ਕਹੇ ਹਮ, ਕਿ ਮੈਂ ਤੁਹਾਨੂੰ ਸ਼ਿਵ ਦੇ ਦਰਸ਼ਨ ਕਰਾਉਣਾ, ਹਮ, ਠੀਕ, ਬਾਣੀ 'ਚ ਲਿਖਿਆ ਹੈ ਕਿ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ, ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਜੀ ਨਹੀਂ। ਜੀ ਇਹ ਤੁਹਾਨੂੰ, ਤੁਸੀਂ ਇਹਨੂੰ ਅੰਦਰੋਂ ਖੋਜਣਾ, ਹਰ ਧਰਮ ਹੀ ਇਹ ਕਹਿੰਦਾ। ਹਮ, ਤਾਂ ਫਿਰ ਮੈਂ ਕਿਸੇ ਦਾ ਸਹਾਰਾ ਕਿਉਂ ਲਵਾਂ? ਹਮ, ਜਦੋਂ ਮੈਨੂੰ ਇਹ ਹੁਕਮ ਦਿੱਤਾ ਹੈ ਮੇਰੇ ਗੁਰੂ ਨੇ ਕਿ ਸ਼ਬਦ ਗੁਰੂ ਹੀ ਤੁਹਾਡਾ ਗੁਰੂ ਹੈ, ਵਾਹਿਦ ਗੁਰੂ ਹੈ, ਹਮ, ਔਰ ਇਹਦੇ 'ਚ ਸਾਰਾ ਕੁਝ ਖੋਜਣਾ ਹੈ। ਤੇ ਇਹ ਜਿਹੜੇ ਬੂਬ ਨੇ ਕਹਿੰਦੇ ਨੇ ਅਸੀਂ ਤੁਹਾਨੂੰ ਰੱਬ ਦਿਖਾਵਾਂਗੇ, ਹਮ, ਉਹਨਾਂ ਨੂੰ ਇਹ ਸਵਾਲ ਕੋਈ ਕਿਉਂ ਨਹੀਂ ਪੁੱਟ ਕਰਦਾ ਹਮ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ 10ਵੇਂ ਪਾਤਸ਼ਾਹ ਦਾ ਤਾਂ ਫਰਮਾਨ ਹੈ ਜੀ ਕਿ ਤੁਹਾਡਾ ਗੁਰੂ ਵਾਹਿਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਹਮ, ਔਰ ਇਹਦੇ 'ਚ ਤੁਸੀਂ ਸਾਰਾ ਕੁਝ ਲੱਭਣਾ ਹੈ। ਹਮ, ਤੁਹਾਨੂੰ ਕਿਸੇ ਕੋਲੇ ਜਾਣ ਦੀ ਜ਼ਰੂਰਤ ਨਹੀਂ ਹੈ, ਹਮ, ਔਰ ਜਿਹਦੇ ਕੋਲੇ ਤੁਸੀਂ ਜਾਓਗੇ ਉਹ ਤੁਹਾਨੂੰ ਠੱਗੂਗਾ। ਬਿਲਕੁਲ ਔਰ ਇਹ ਸਾਰੇ ਠੱਗ ਰਹੇ ਨੇ। ਜੀ ਜਦੋਂ ਇਹ ਸਮਝ ਆ ਗਈ, ਹਮ, ਉਦੋਂ ਹੀ ਉद्धार ਹੋਵੇਗਾ ਬੰਦੇ ਦਾ। ਔਰ ਇਹ ਤਾਂ ਵੀ ਹੋਵੇਗਾ ਹਮ, ਕਿ ਜੇ ਤੁਹਾਡੇ ਕੋਲੇ ਸਿੱਖਿਆ ਆਵੇਗੀ, ਹਮ, ਬੁੱਧੀ ਆਵੇਗੀ, ਤਰਕ ਆਵੇਗਾ। ਬਿਲਕੁਲ
ਗੱਲ ਹੁਣ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ। ਕਾਂਗਰਸ, ਪੰਜਾਬ ਕਾਂਗਰਸ ਦੇ ਉਹ ਪ੍ਰਧਾਨ ਹੈਗੇ ਨੇ ਜਾਂ ਨਹੀਂ ਹੈਗੇ, ਰਹਿਣਗੇ ਜਾਂ ਨਹੀਂ ਰਹਿਣਗੇ, ਇਹ ਸਵਾਲ ਬਾਰ-ਬਾਰ ਆ ਰਹੇ ਨੇ। ਹਾਲਾਂਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਹਾਈ ਕਮਾਂਡ ਨੇ ਜਿਹੜਾ ਅਸਤੀਫਾ ਉਹ ਨਾਮਨਜ਼ੂਰ ਕਰ ਦਿੱਤਾ ਹੈ, ਪਰ ਹੁਣ ਖਬਰ ਇਹ ਆ ਰਹੀ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਸੱਦਿਆ ਗਿਆ, ਦਿੱਲੀ ਤਲਬ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਦੋ ਮਸਲੇ ਹੋ ਸਕਦੇ ਨੇ, ਜਾਂ ਤਾਂ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ, ਜਾਂ ਫਿਰ ਇਹ ਗੱਲ ਹੋ ਸਕਦੀ ਹੈ ਕਿ ਜਿਹੜੀ ਪਿੱਛੇ ਜਿਹੀ ਰੈਲੀਆਂ ਦੇ ਵਿੱਚ ਬਹੁਤ ਖਰਾਬ ਭਾਸ਼ਾ ਦਾ ਇਸਤੇਮਾਲ ਨਵਜੋਤ ਸਿੰਘ ਸਿੱਧੂ ਨੇ ਕੀਤਾ, ਉਸ ਨੂੰ ਲੈ ਕੇ ਵੀ ਸਵਾਲ ਜਵਾਬ ਜਿਹੜੇ ਨੇ ਹੋ ਸਕਦੇ ਨੇ। ਜਿਹੜਾ ਠੋਕੋਤਾਲੀ ਹੈ ਜੀ, ਇਹਨੂੰ ਦਿੱਲੀ ਤਲਬ ਕੀਤਾ ਗਿਆ ਹੈ। ਇਹ ਉੱਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਜਨਾਬ ਹਰੀਸ਼ ਰਾਵਤ ਨਾਲ ਮੁਲਾਕਾਤ ਕਰੇਗਾ। ਜੀ, ਮਤਲਬ ਸੂਤਰਾਂ ਦਾ ਇਹ ਕਹਿਣਾ ਹੈ ਕਿ ਇਹਨੂੰ ਇਹ ਕਿਹਾ ਜਾਵੇਗਾ ਕਿ ਤੂੰ ਖੁਦ ਆਪਣਾ ਅਸਤੀਫੇ ਦੇ ਸੰਬੰਧ ਵਿੱਚ ਜੋ ਕਹਿਣਾ ਕਹਿ, ਜੀ, ਤੂੰ ਇਹ ਕਹਿ ਕਿ ਮੈਂ ਇਹ ਆਪਣਾ ਅਸਤੀਫਾ ਵਾਪਸ ਲੈਣਾ, ਪਰ ਹਾਈ ਕਮਾਂਡ ਤੈਨੂੰ ਨਹੀਂ ਕਹੇਗੀ ਕਿ ਅਸੀਂ ਤੇਰਾ ਅਸਤੀਫਾ ਨਾਮਨਜ਼ੂਰ ਕੀਤਾ ਜੀ, ਔਰ ਤੂੰ ਹੁਣ ਇਸੇ ਪ੍ਰਧਾਨਗੀ ਦੇ ਅਹੁਦੇ ਤੇ ਬਣਿਆ ਰਹੇਗਾ। ਜੀ, ਉਹਨਾਂ ਨੇ ਕਰੜਾ ਰੁਖ ਅਪਣਾਇਆ ਔਰ ਹਾਈ ਕਮਾਂਡ ਹੈ ਜਿਹੜੀ ਪ੍ਰਿਯੰਕਾ ਵਾਡਰਾ, ਸੋਨੀਆ ਗਾਂਧੀ ਹੈ, ਰਾਹੁਲ ਗਾਂਧੀ, ਉਹ ਇਸ ਗੱਲੋਂ ਨਾਖੁਸ਼ ਨੇ ਜੀ, ਕਿ ਇਹ ਬੰਦੇ ਨੂੰ ਜਿਹੜਾ ਪਹਿਲਾਂ ਪਿੱਛੇ ਪਿਆ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਔਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇੰਨੀ ਜ਼ਲਾਲਤ ਬਰਦਾਸ਼ਤ ਕਰਨੀ ਪਈ ਹੈ ਜੀ, ਔਰ ਇਸ ਬੰਦੇ ਨੂੰ ਤੁਸੀਂ 3 ਮਹੀਨੇ 4 ਮਹੀਨਿਆਂ ਤੋਂ ਵਰਜਾ ਤੱਕ ਨਹੀਂਗਾ, ਇਹ ਜੋ ਮੂੰਹ ਚ ਆਇਆ ਉਹ ਜ਼ਰੂਰ ਬੋਲਦਾ ਰਿਹਾ। ਉਹ ਬੜੇ ਨਾਰਾਜ਼ ਹੋਏ ਤੇ ਉਹਨਾਂ ਨੇ ਅਸਤੀਫਾ ਦਿੱਤਾ। ਇਹ ਬੰਦਾ ਥੋੜੇ ਦਿਨ ਤੱਕ ਖਾਮੋਸ਼ ਰਿਹਾ ਤੇ 72 ਦਿਨਾਂ ਬਾਅਦ ਇਹਨੇ ਆਪ ਅਸਤੀਫਾ ਦਿੱਤਾ। ਚਰਨਜੀਤ ਚੰਨੀ ਦੇ ਪਹਿਲਾਂ ਇਹ ਮੋਢੇ ਤੇ ਹੱਥ ਰੱਖ ਕੇ ਇਹ ਮੁਜ਼ਾਹਰਾ ਕਰਦਾ ਕਿ ਉਸ ਤੋਂ ਵੱਧ ਨਜ਼ਦੀਕ ਇਹਦੇ ਹੈ ਕੋਈ ਨਹੀਂ। ਹੁਣ ਇਹ ਉਹਦੇ ਮਗਰ ਪਿਆ ਫਿਰਦਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਤਾਂ ਭਾਵੇਂ ਥੋੜੀ ਲੁਕੋਵੀਂ ਕੀਤੀ ਹੈ, ਪਰ ਮੈਂ ਤੁਹਾਨੂੰ ਜ਼ਾਹਿਰ ਕਰਦੇ ਹਾਂ ਕਿ ਜਦੋਂ ਲਖੀਮਪੁਰ ਜਾਣਾ ਸੀਗਾ ਤਾਂ ਇਹ ਕਹਿੰਦਾ ਕਿ ਮੈਂ ਭਗਵੰਤ ਸਿੰਘ ਦਾ ਪੁੱਤ ਜੇ ਕਿਤੇ ਮੁੱਖ ਮੰਤਰੀ ਹੁੰਦਾ ਤੇ ਫੇਰ ਮੈਂ ਦੱਸਦਾ। ਔਰ ਇਹਨੇ ਇਹ ਵੀ ਕਿਹਾ ਕਿ ਆ ਬੰਦਾ ਨਾਂ ਨਹੀਂ ਲਿਆ ਇਹਨੇ ਕਿ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਡਬੋ ਦੂਗਾ। ਇਸ਼ਾਰਾ ਤਾਂ ਚਰਨਜੀਤ ਚੰਨੀ ਵੱਲ ਹੈ ਔਰ ਚਰਨਜੀਤ ਚੰਨੀ ਨੇ ਜਿਹੜਾ ਇਹਨੂੰ ਆਇਨਾ ਵਿਖਾਇਆ ਹੈ ਵੀ ਭਾਈ ਤੂੰ ਜੋ ਹੈ ਤੂੰ ਉੱਥੇ ਰਹਿ, ਤੂੰ ਇਹ ਮਤ ਸੋਚ ਕਿ ਤੇਰੇ ਕਹਿਣ ਮੁਤਾਬਕ ਮੇਰੇ ਫੈਸਲੇ ਹੋਣਗੇ। ਹੁਣ ਜਿਸ ਮੰਗ ਦੇ ਉੱਤੇ ਨੇ ਅਸਤੀਫਾ ਦਿੱਤਾ ਸੀ ਉਹ ਪਹਿਲਾਂ ਤਾਂ ਇਹ ਕਹਿੰਦਾ ਸੀਗਾ ਕਿ ਜੀ ਆਹ ਕੈਬਨਿਟ ਮੰਤਰੀ ਜਿਹੜਾ ਤੁਸੀਂ ਲਿਆ ਹੈ, ਜਿਹੜਾ ਪਹਿਲਾਂ ਰੇਤੇ ਦੀ ਮਾਈਨਿੰਗ ਦੇ ਸੰਬੰਧ ਵਿੱਚ ਜਿਹਨੂੰ ਅਸਤੀਫਾ ਦੇਣਾ ਪਿਆ ਸੀ ਔਰ ਭਾਵੇਂ ਉਹਨਾਂ ਤੇ ਕੋਈ ਇਲਜ਼ਾਮ ਐਸਾ ਨਹੀਂ ਆਇਆ, ਕੋਈ ਕਲੰਕ ਨਹੀਂ ਲੱਗਿਆ ਵੀ ਉਹਨਾਂ ਨੂੰ ਬਾਹਰ ਕੱਢੋ, ਫਿਰ ਇਹ 2 ਤੱਕ ਸੀਮਿਤ ਹੋ ਗਿਆ ਕਿ ਐਡਵੋਕੇਟ ਜਨਰਲ ਤੇ ਪੰਜਾਬ ਪੁਲਿਸ ਦੇ ਡੀਜੀਪੀ ਸਰਦਾਰ ਇਕਬਾਲਪ੍ਰੀਤ ਸਿੰਘ ਸੋਹਤਾ, ਇਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਹੈ ਮੈਨੂੰ ਮਨਜ਼ੂਰ ਨਹੀਂ ਤੇ ਤੈਸ਼ ਚਾ ਕੇ ਨੇ ਅਸਤੀਫਾ ਦਿੱਤਾ। ਉਹ ਤਾਂ ਜਿਹੜਾ ਮਸਲਾ ਸੀਗਾ ਡੀਜੀਪੀ ਵਾਲਾ, ਉਹ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕਿਹਾ ਕਿ 10 ਬੰਦਿਆਂ ਦਾ ਪੈਨਲ ਹੈ ਜਿਹੜਾ 10 ਉੱਚ ਅਧਿਕਾਰੀ ਨੇ ਪੁਲਿਸ ਦੇ, ਉਹਨਾਂ ਦਾ ਅਸੀਂ ਯੂਪੀਐਸਸੀ ਨੂੰ ਭੇਜਤਾ ਔਰ ਯੂਪੀਐਸਸੀ ਸਾਨੂੰ 3 ਨਾਵਾਂ ਦੀ ਸੂਚੀ ਭੇਜੇਗੀ, ਉਹ 3 ਨਾਵਾਂ ਚੋਂ ਅਸੀਂ ਇੱਕ ਸਿਲੈਕਟ ਕਰਾਂਗੇ ਔਰ ਨਾਲ ਇਹ ਕਹਿਤਾ ਕਿ ਜਦੋਂ ਸਿਲੈਕਟ ਕਰਾਂਗੇ ਉਦੋਂ ਜਿੰਨੇ ਵਿਧਾਇਕ ਨੇ ਉਹਨਾਂ ਦੀ ਰਾਏ ਲਈ ਜਾਵੇਗੀ, ਕੈਬਨਿਟ ਮੰਤਰੀਆਂ ਦੀ ਰਾਏ ਲਈ ਜਾਵੇਗੀ ਤੇ ਤੈਨੂੰ ਵੀ ਸੱਦਾਂਗੇ ਭਾਈ ਤੂੰ ਵੀ ਆਪਣੀ ਰਾਏ ਦੇਵੀਂ। ਪਰ ਇਹ ਜ਼ਾਹਿਰ ਕਰਤਾ ਕਿ ਜ਼ਰੂਰੀ ਨਹੀਂਗਾ ਕਿ ਤੇਰੇ ਮੁਤਾਬਕ ਅਸੀਂ ਚੱਲਾਂਗੇ। ਰਹੀ ਐਡਵੋਕੇਟ ਜਨਰਲ ਦਾ ਸਵਾਲ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਕਰਤੀ ਹੈ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਵੇਗੀ, ਤਾਂ ਹੁਣ ਕੀ ਹੋਏਗਾ? ਹੁਣ ਜੇ ਤਾਂ ਇਹ ਆਪ ਹੀ ਮੰਨ ਗਿਆ ਕਿ ਮੈਂ ਅਸਤੀਫਾ ਦਿੰਦਾ, ਕਿਉਂਕਿ ਰਜ਼ੀਆ ਸੁਲਤਾਨਾ ਜਿਹੜੀ ਉਹਨੇ ਵੀ ਆ ਕੇ ਅਸਤੀਫਾ ਦਿੱਤਾ ਸੀਗਾ ਕਿ ਜੀ ਹਾਂ ਆਹ ਜੋ ਕੁਝ ਹੋਇਆ ਗਲਤ ਹੋਇਆ। ਉਹ ਬੀਬੀ ਤਾਂ ਕੈਬਨਿਟ ਦੀ ਮੀਟਿੰਗ 'ਚ ਆ ਗਈ, ਉਹਨੂੰ ਤਾਂ ਲੱਗਿਆ ਕਿ ਮੈਂ ਤਾਂ ਐਵੇਂ ਆਪਣੇ ਪੈਰਾਂ ਦੇ ਘੁਆੜਾ ਮਾਰ ਕੇ ਬਹਿ ਗਈ ਹਾਂ। ਇਹ ਬੰਦੇ ਦਾ ਠੋਕੋਤਾਲੀ ਦਾ ਕੀ ਹੈ? ਕੱਲ ਨੂੰ ਇਹ ਛਾਲ ਮਾਰ ਕੇ ਕਿਸੇ ਹੋਰ ਟਾਹਣੀ ਤੇ ਜਾ ਬੈਠੇ, ਕਿਉਂਕਿ ਇਹ ਜਿਹੜੀਆਂ ਪਾਰਟੀਆਂ ਬਦਲ ਕੇ ਆਇਆ ਹੈ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਬੁਲਾਰਾ ਸੀ ਇਹ, ਉਸ ਤੋਂ ਬਾਅਦ ਇਹ ਫਿਰ ਭਾਜਪਾ 'ਚ ਚਲਾ ਗਿਆ। ਉਹ ਭਾਜਪਾ ਨੂੰ ਤਾਂ ਫਿਰ ਇਹਨੇ ਕਿਹਾ ਕਿ ਮੇਰੀ ਮਾਂ ਹੈ ਔਰ ਉਸ ਤੋਂ ਬਾਅਦ ਆਪਣੀ ਮਾਂ ਨੂੰ ਛੱਡਿਆ, ਮਾਂ ਨੂੰ ਛੱਡ ਆ ਕੇ ਮਤਰੇਈ ਮਾਂ ਕੋਲੇ ਆ ਗਿਆ। ਤਾਂ ਮਤਲਬ ਇਹ ਬੰਦੇ ਦਾ ਕੋਈ ਵਿਸ਼ਵਾਸ ਨਹੀਂ। ਤਾਂ ਜਦੋਂ ਵਿਸ਼ਵਾਸ ਨਹੀਂ ਹੈ ਬੰਦੇ ਦਾ, ਉਹਦਾ ਕੱਲ ਨੂੰ ਪੈਂਤੜਾ ਕੀ ਹੋਵੇਗਾ ਇਹ ਕੋਈ ਨਹੀਂ ਜਾਣਦਾ। ਪਰ ਹੁਣ ਇਹ ਹੈ ਕਿ ਸੱਪ ਦੇ ਮੂੰਹ ਕੋੜ ਕਿਰਲੀ ਵਾਲੀ ਹਾਲਤ ਹੈ ਇਹਦੀ। ਹੁਣ ਜੇ ਤਾਂ ਆਪਣਾ ਅਸਤੀਫਾ ਖੁਦ ਵਾਪਸ ਲੈਂਦਾ ਠੀਕ ਤਾਂ ਫੇਰ ਤਾਂ ਇਹ ਕਿਰਲੀ ਨਿਕਲਦਾ, ਜੇ ਨਹੀਂ ਲੈਂਦਾ ਮੰਗ ਪੂਰੀ ਨਹੀਂ ਹੁੰਦੀ ਤਾਂ ਫਿਰ ਇਹ ਕਲੰਕੀ ਹੈ, ਕਿਉਂਕਿ ਉਹ ਕਲੰਕ ਤਾਂ ਰਹੇਗਾ ਨਾ ਵੀ ਤੂੰ ਤਾਂ ਬੜੀਆਂ ਗੱਲਾਂ ਕਰਦਾ ਸੀਗਾ ਵੀ ਮੈਨੂੰ ਪ੍ਰਧਾਨ ਬਣਾ ਲਓ। ਜਦੋਂ ਪ੍ਰਧਾਨ ਬਣਾ ਲਿਆ, ਤੈਨੂੰ ਪ੍ਰਧਾਨ ਬਣਾਤਾ, ਫਿਰ ਮੁੱਖ ਮੰਤਰੀ ਬਦਲ ਗਿਆ, ਫਿਰ ਮੁੱਖ ਮੰਤਰੀ ਤੇਰੀ ਚਾਹਤ ਦੇ ਮੁਤਾਬਕ ਬਣ ਗਿਆ, ਉਹਦੀ ਵੀ ਤੂੰ ਪੈਰਵੀ ਕੀਤੀ ਤੇ ਹੁਣ ਤੂੰ ਉਹਦੇ ਮਗਰੀ ਡਾਂਗ ਲੈਣ ਲੈ ਕੇ ਤੁਰਿਆ ਫਿਰਦਾ। ਇਹਦਾ ਮਤਲਬ ਇਹ ਹੈ ਕਿ ਤੇਰੇ ਦਿਮਾਗ ਦੇ ਵਿੱਚ ਹੀ ਕੋਈ ਫਤੂਰਾ ਹੋਰ ਕਿਸੇ ਦੇ ਵਿੱਚ ਨਹੀਂ। ਤਾਂ ਹੁਣ ਇਹਦੀ ਹਾਲਤ ਬੜੀ ਮਾੜੀ ਹੈ ਔਰ ਜੇ ਇਹ ਇਹਨਾਂ ਤੇ ਅੜਿਆ ਰਿਹਾ ਤੇ ਉਸ ਤੋਂ ਬਾਅਦ ਇਹ ਜ਼ਰੂਰ ਹੋ ਸਕਦਾ ਹੈ
ਭਾਵੇਂ ਹਰੀਸ਼ ਰਾਵਤ ਇਹਦਾ ਬਹੁਤ ਵੱਡਾ ਸ਼ੁਭ ਚਿੰਤਕ ਤੇ ਹਮਦਰਦ ਹੈ ਜੀ ਪਰ ਉਹ ਵੀ ਸਿਆਸੀ ਤੌਰ ਤੇ ਮੈਂ ਬਹੁਤਾ ਉਹਨੂੰ ਦਾਨਿਸ਼ਮੰਦ ਨਹੀਂ ਸਮਝਦਾ। ਜੀ ਇਹੋ ਜਿਹੇ ਬੰਦੇ ਨੂੰ ਜਿਹਦੀ ਬਿਆਨਬਾਜ਼ੀ ਕੋਈ ਸਿਆਣੇ ਬੰਦੇ ਵਾਲੀ ਹੈ ਹੀ ਨਹੀਂ ਔਰ ਜਿਹਦੇ ਸਿਆਸੀ ਪੈਂਤੜੇ ਬਚਗਾਨਾ ਨੇ, ਉਸ ਬੰਦੇ ਤੇ ਉਹ ਪਤਾ ਨਹੀਂ ਕਿਉਂ ਈਮਾਨ ਧਰੀ ਬੈਠਾ ਹੈ। ਜੀ ਔਰ ਇਹਨੇ ਉਹ ਤਾਂ ਕਹਿੰਦਾ ਨਾ ਵੀ ਉਹ ਫਲਾਨਾ ਡੁਬੋਊਗਾ ਕਾਂਗਰਸ 2022 ਦੀ ਵਿਧਾਨ ਸਭਾ ਚੋਣਾਂ 'ਚ, ਜੀ ਉਸ ਤੋਂ ਪਹਿਲਾਂ ਤਾਂ ਇਹਨੇ ਹੀ ਡੁਬੋ ਦੇਣੀ। ਜੀ ਡੁਬੋ ਦਿੱਤੀ ਲੱਗਦੀ ਹੈ। ਵੈਸੇ ਗੱਲ ਹਰੀਸ਼ ਰਾਵਤ ਦੀ ਤੁਸੀਂ ਕਰ ਰਹੇ ਸੀ, ਹਮਦਰਦ ਹੋਣ ਦੀ ਗੱਲ ਕਰ ਰਹੇ ਸੀ। ਹੁਣ ਅੱਜ ਕੱਲ ਹਰੀਸ਼ ਰਾਵਤ ਜਿਹੜੇ ਨੇ ਹਮਦਰਦ ਬਣਦੇ ਨਜ਼ਰ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ, ਕਿਉਂਕਿ ਬਾਰ-ਬਾਰ ਉਹ ਗੱਲ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਸਾਰੇ ਕੰਮ ਨੇ ਕਾਂਗਰਸ ਦੇ ਵਿੱਚ ਔਰ ਉਹਨਾਂ ਦੀ ਵਾਪਸੀ ਦੀਆਂ ਗੱਲਾਂ ਵੀ ਉਹ ਕਰ ਰਹੇ ਨੇ। ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਕੀ ਰਹਿਣ ਵਾਲੀ, ਕਿਉਂਕਿ ਸ਼ੁਰੂ ਦੇ ਵਿੱਚ ਤਾਂ ਉਹ ਬਹੁਤ ਬੋਲ ਰਹੇ ਸੀ ਪਰ ਹੁਣ ਕਿਸੇ ਤਰ੍ਹਾਂ ਦੀ ਕੋਈ ਸੁਗਬੁਗਾਹਟ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਬੜੇ ਹੰਡੇ ਵਰਤੇ ਸਿਆਸਤਦਾਨ ਨੇ ਜੀ। ਉਹਨਾਂ ਦੀ ਕਾਰਜਸ਼ੈਲੀ ਹੈ ਜਾਂ ਕੰਮ ਕਰਨ ਦਾ ਜਿਹੜਾ ਢੰਗ ਤਰੀਕਾ ਹੈ ਉਹ ਇਸ ਕਰਕੇ ਵੱਖਰਾ ਰਿਹਾ ਹੈ ਕਿ ਜਿਸ ਪਰਿਵਾਰ 'ਚ ਪਲੇ ਨੇ ਉਹਦਾ ਇੱਕ ਬਹੁਤ ਇਤਿਹਾਸ ਹੈ ਔਰ ਇੱਕ ਬੱਚੇ ਦੀ ਪਰਵਰਿਸ਼ ਤੇ ਗੱਲ ਮੁਨਸਰ ਕਰਦੀ ਹੁੰਦੀ ਹੈ ਕਿ ਉਹਦਾ ਬਾਹਰ ਸਮਾਜਿਕ ਦਾਇਰਾ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਜਾਂ ਉਹ ਕਿਸ ਤਰ੍ਹਾਂ ਉਸ ਸਮਾਜਿਕ ਦਾਇਰੇ 'ਚ ਵਿਚਰੇਗਾ। ਤੋ ਇੱਕ ਸ਼ਹਿਜ਼ਾਦਾ ਉਹਦੀ ਪਰਵਰਿਸ਼ ਹੋਰ ਤਰ੍ਹਾਂ ਹੁੰਦੀ ਹੈ, ਸਧਾਰਨ ਬੰਦੇ ਦੀ ਹੋਰ ਤਰ੍ਹਾਂ ਹੁੰਦੀ ਹੈ, ਉਹ ਲੋਕਾਂ ਦੇ ਵਿੱਚ ਹੋਰ ਤਰ੍ਹਾਂ ਜਾਂਦਾ ਹੈ, ਉਹਦਾ ਆਪਣਾ ਤਰੀਕਾ ਹੁੰਦਾ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਜੇ ਆਪਾਂ ਇਹ ਸੋਚੀਏ ਕਿ ਉਹਨਾਂ ਨੇ ਚੰਦ ਵਾਅਦੇ ਪੂਰੇ ਨਹੀਂ ਕੀਤੇ ਪਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਪੱਖ ਜਿਹੜਾ ਹੈ ਉਹ ਸਕਾਰਾਤਮਕ ਹੈ ਲੋਕਾਂ ਦਾ ਕਿ ਇੰਨਾ ਵੀ ਯਾਰ ਮਾੜਾ ਨਹੀਂ ਸੀ, ਇੰਨੀ ਮਾੜੀ ਨਹੀਂ ਹੋਣੀ ਚਾਹੀਦੀ ਸੀ। ਲੋਕ ਇਹ ਵੀ ਕਹਿੰਦੇ ਸੁਣੇ ਗਏ ਵੀ ਜਿਵੇਂ ਉਹਨਾਂ ਨੂੰ ਯਕਦਮ ਮਤਲਬ ਅਸਤੀਫਾ ਦੇਣਾ ਪਿਆ ਔਰ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਮੈਨੂੰ ਤੁਸੀਂ ਜ਼ਲੀਲ ਕਰਕੇ ਕੱਢਿਆ ਔਰ ਹੁਣ ਤੱਕ ਮੈਂ ਪਾਰਟੀ ਵਾਸਤੇ ਇੰਨਾ ਕੁਝ ਕੀਤਾ ਹੈ, ਇੰਨੇ ਲੰਬੇ ਸਮੇਂ ਤੋਂ ਮੈਂ ਇਸ ਪਾਰਟੀ ਨਾਲ ਜੁੜਿਆ ਰਿਹਾ। ਜਿਹੜਾ ਹਰੀਸ਼ ਰਾਵਤ ਦਾ ਬਿਆਨ ਹੈ ਕਿ ਜੀ ਬੜੀਆਂ ਥਾਵਾਂ ਨੇ, ਤੇ ਕਿਹੜੀ ਥਾਂ ਹੈ? ਥਾਂ ਕਿਹੜੀ ਹੈ? ਤੁਸੀਂ ਪੰਜਾਬ ਵਿੱਚ ਕੀ ਬਣਾਓਗੇ? ਤੁਸੀਂ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਨਹੀਂ ਸਕਦੇ, ਤੁਸੀਂ ਦੁਬਾਰਾ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਬਣਾ ਸਕਦੇ, ਤੁਸੀਂ ਉੱਥੇ ਇਹ ਹੈ ਵੀ ਕੋਈ ਉਹਨਾਂ ਨੂੰ ਸਕੱਤਰ ਬਣਾ ਦਿਓਗੇ। ਜਿਹੜੇ ਬੰਦੇ ਦੀ ਕਰਮ ਭੂਮੀ ਠੀਕ ਪੰਜਾਬ ਰਿਹਾ ਸ਼ੁਰੂ ਤੋਂ, ਉਹ ਕਿਸੇ ਹੋਰ ਮੈਦਾਨੇ ਜੰਗ 'ਚ ਜਾ ਕੇ ਕੀ ਕਰੂਗਾ? ਜਿਹਨੂੰ ਪਹਾੜਾਂ 'ਚ ਲੜਨ ਦਾ ਤਜਰਬਾ ਹੈ, ਜੇ ਉਹਨੂੰ ਤੁਸੀਂ ਕਹੋ ਵੀ ਹੁਣ ਸਮੁੰਦਰ 'ਚ ਛਾਲ ਮਾਰ ਇੱਥੇ ਲੜੀ, ਤੇ ਉਹ ਕਿਵੇਂ ਲੜੇਗਾ? ਇਹੀ ਉਹਨਾਂ ਦੀ ਕਰਮ ਭੂਮੀ ਹੈ, ਇਹੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਜਿੰਨੀਆਂ ਵੀ ਸਿਆਸੀ ਲੜਾਈਆਂ ਲੜੀਆਂ ਉਹਨਾਂ ਨੇ ਉਹ ਇਸੇ ਧਰਤੀ ਤੇ ਲੜੀਆਂ ਔਰ ਉਹਨਾਂ ਦੀ ਜਿਹੜੀ ਸਿਆਸਤ ਹੈ ਸਾਰੀ ਉਹਦਾ ਕੇਂਦਰ ਬਿੰਦੂ ਪੰਜਾਬ ਰਿਹਾ। ਤਾਂ ਤੁਸੀਂ ਜੇ ਦਿੱਲੀ ਲੈ ਜਾਓਗੇ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੇ ਪੱਤੇ ਸਮਾਂ ਆਉਣ ਤੇ ਖੋਲੂੰਗਾ। ਹੁਣ ਲੋਕ ਪਹਿਲਾਂ ਤਾਂ ਅਮਿਤ ਸ਼ਾਹ ਨੂੰ ਮਿਲੇ ਜੀ, ਅਮਿਤ ਸ਼ਾਹ ਨਾਲ ਜੀ ਉਹਨਾਂ ਨੇ ਆਹ ਕੀਤਾ ਉਹ ਕੀਤਾ, ਕਿਉਂਕਿ ਲੋਕ ਭਾਜਪਾ ਜਾਣ ਦੀਆਂ ਗੱਲਾਂ ਵੀ ਉੜਦੀਆਂ ਰਹੀਆਂ। ਉਹ ਲੋਕ ਜਿਹੜੇ ਹੁੰਦੇ ਨੇ ਉਹ ਐਵੇਂ ਹੀ ਕਰਦੇ ਹੁੰਦੇ ਨੇ ਕਿਉਂਕਿ ਲੋਕਾਂ ਦੇ ਜਿਹੜੇ ਅੰਦਾਜ਼ੇ ਹੁੰਦੇ ਨੇ ਬੜੇ ਕਮਜ਼ੋਰ ਹੁੰਦੇ ਨੇ। ਹੁਣ ਜੇ ਸੁਖਬੀਰ ਬਾਦਲ ਬਹਿ ਕੇ ਕਾਰ ਦੇ ਵਿੱਚ ਗੋਲੀ ਕੋਈ ਖਾ ਰਿਹਾ ਹੈ ਤਾਂ ਕਿਸੇ ਨੂੰ ਕੀ ਦਿਸਗੀ ਵੀ ਉਹਦੇ ਤੇ ਕੋਈ ਉਹ ਨਸ਼ੇ ਦੀ ਗੋਲੀ ਹੈ, ਉਹ ਹੋ ਸਕਦਾ ਸਿਰਦਰਦ ਦੀ ਗੋਲੀ ਹੋਵੇ। ਮਤਲਬ ਇਹ ਯਕਦਮ ਫੈਸਲਾ ਦੇ ਦਿੰਦੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਪਰ ਉਹਨੇ ਇਹ ਗੱਲ ਜ਼ਰੂਰ ਕਹਿਤੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਆ ਠੋਕੋ ਤਾਲੀ ਜਿਹੜਾ ਬੰਦਾ ਨਾ ਇਹ ਤੁਹਾਡੇ ਸਿਰ 'ਚ ਸਵਾਹ ਪਵਾਊਗਾ ਔਰ ਇਸ ਬੰਦੇ ਦਾ ਕੋਈ ਵਿਸ਼ਵਾਸ ਨਹੀਂ। ਇਹ ਬੰਦਾ ਅੱਜ ਇੱਧਰ ਹੈ ਤੇ ਕੱਲ ਉੱਧਰ ਹੈ ਤੇ ਉਹੀ ਕੁਝ ਹੋ ਰਿਹਾ। ਜਿਵੇਂ ਇਹ ਲੱਗਦਾ ਸੀ ਕਿ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰ ਪਿਆਰ ਰਫੜ ਖਤਮ ਹੋ ਜਾਊਗਾ, ਹੋ ਗਿਆ? ਨਹੀਂ ਹੋਇਆ ਨਾ, ਉਹ ਰਫੜ ਵਧਿਆ ਹੀ ਆ ਨਾ। ਪਹਿਲਾਂ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਕੱਢਦਾ ਸੀ, ਹਰ ਮੰਚ ਤੇ ਕਹਿੰਦਾ ਸੀਗਾ ਕਿ ਇਸ ਬੰਦੇ ਨੂੰ ਬਦਲੋ, ਇਹ ਮੈਨੂੰ ਕੰਮ ਨਹੀਂ ਕਰਨ ਦਿੰਦਾ। ਫਿਰ ਇਹ ਸੀਗਾ ਕਿ ਮੈਨੂੰ ਪ੍ਰਧਾਨ ਬਣਾਓ, ਫਿਰ ਇਹ ਪ੍ਰਧਾਨ ਬਣ ਗਿਆ। ਹੁਣ ਇਹ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ। ਉਹ ਗੱਲ ਹੈ ਇਹ? ਇਹਦਾ ਮਤਲਬ ਇਹ ਹੈ ਕਿ ਤੂੰ ਹੀ ਸਾਰਾ ਕੁਝ ਹੋ ਗਿਆ, ਤੂੰ ਦੁਨੀਆ ਦਾ ਇੱਕੋ ਇੱਕ ਸਿਆਣਾ ਆਦਮੀ ਜੰਮ ਪਿਆ। ਇਹ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਬੰਦਨਾ ਜੀ। ਜਿਵੇਂ ਤੁਸੀਂ ਕਿਹਾ ਪੰਜਾਬ 'ਚ ਕਾਂਗਰਸ ਨੂੰ ਡੁਬੋਤਾ, ਤੇ ਜੇ ਆਹ ਕੰਜਰ ਕੜੀ 2-4 ਦਿਨ ਹੋਰ ਪਈ ਰਹੀ ਤਾਂ ਕਾਂਗਰਸ ਡੁੱਬੀ ਹੈ। ਉਹਨਾਂ ਨੇ ਕਿਹੜਾ ਤੁਹਾਡੇ ਤੋਂ ਆਪਦਾ ਘਰ ਤਾਂ ਸਮਝਦਾ ਨਹੀਂ ਹੋਏ। ਆ ਜਿਹੜਾ ਕੱਲ ਤੱਕ ਕਹਿੰਦਾ ਸੀ 3 ਰੁਪਏ ਯੂਨਿਟ ਬਿਜਲੀ ਦੇਵਾਂਗੇ, ਹੁਣੇ ਲੱਭਦਾ ਨਹੀਂਗਾ। ਹੁਣੇ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੈਂ ਫੇਰ ਕਰੂੰਗਾ। ਸੋ ਇਹ ਗੱਲ ਹੈਗੀ ਹੈ ਕਿ ਇਹ ਬੰਦਾ ਬਿਲਕੁਲ ਹੀ ਕਾਬਲੇ ਵਿਸ਼ਵਾਸ ਨਹੀਂ, ਇਹਦੇ ਤੇ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਔਰ ਇਸ ਬੰਦੇ ਤੋਂ ਕਾਂਗਰਸ ਨੂੰ ਬਚ ਕੇ ਰਹਿਣਾ ਚਾਹੀਦਾ। ਜੇ ਹਰੀਸ਼ ਰਾਵਤ ਵਰਗੇ ਬੰਦੇ ਕਿਸੇ ਵਹਿਮ ਭਰਮ 'ਚ ਪੈ ਕੇ ਇਸ ਨੂੰ ਅੱਗੇ ਲਿਆਉਣ ਦੀ ਜ਼ਿੱਦ ਕਰਨਗੇ ਜਾਂ ਅੱਗੇ ਲਿਆਉਣ ਵਾਸਤੇ ਯਤਨਸ਼ੀਲ ਹੋਣਗੇ ਤਾਂ ਇਹਦਾ ਮਤਲਬ ਇਹ ਹੈ ਹਰੀਸ਼ ਰਾਵਤ ਵੀ ਡੁੱਬੂਗਾ ਤੇ ਇਹ ਵੀ ਡੁੱਬੂਗਾ। ਤਾਂ ਇਸ ਬੰਦੇ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਔਰ ਇਹ ਬੰਦਾ ਕਾਂਗਰਸ ਵਾਸਤੇ ਸਭ ਤੋਂ ਵੱਧ ਖਤਰਨਾਕ ਹੈ ਕਿਉਂਕਿ ਇਹਦਾ ਆਪਣਾ ਜ਼ਾਤੀ ਏਜੰਡਾ ਹੈ। ਇਹ ਲੋਕਾਂ ਦਾ ਭਲਾ ਭੁਲਾ ਜਾਂ ਪੰਜਾਬ ਦਾ ਭੁਲਾ ਭੁਲਾ ਸੋਚਣ ਵਾਲਾ ਹੈ ਨਹੀਂਗਾ।
ਇਹ ਸਿਰਫ ਮੁੱਖ ਮੰਤਰੀ ਦੇ ਅਹੁਦੇ ਤੇ ਅੱਖ ਰੱਖੀ ਬੈਠਾ। ਇਹਨੂੰ ਇਹ ਹੈ ਕਿ ਜਦੋਂ ਮੈਂ ਮੁੱਖ ਮੰਤਰੀ ਬਣ ਜਾਊਂਗਾ ਉਦੋਂ ਮੈਂ ਪਤਾ ਨਹੀਂ ਕੀ ਇਨਕਲਾਬ ਲੈ ਕੇ ਆਊਂਗਾ। ਜੀ। ਪਰ ਇੱਥੇ ਇਹਦੇ ਵਰਗੇ ਕਈ ਆਏ ਤੇ ਕਈ ਚਲੇ ਗਏ, ਜੀ। ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ ਉਹਦੇ ਪਿੱਛੇ ਪੂੰਜੀਪਤੀ ਹੁੰਦੇ ਨੇ। ਹੂੰ। ਔਰ ਇਹ ਗੱਲ ਹਕੀਕਤ ਹੈ ਕਿ ਉਹਨਾਂ ਦੇ ਬਗੈਰ ਕੋਈ ਸਰਕਾਰ ਨਹੀਂ ਚੱਲਦੀ ਹੁੰਦੀ। ਜਿਵੇਂ ਕਹਿੰਦਾ ਸੀ ਨਾ ਮੈਂ ਬਾਦਲਾਂ ਨੂੰ ਐਂ ਕਰ ਦੂੰ, ਬਾਦਲਾਂ ਦਾ ਤਾਂ ਇਹ ਵਾਲ ਨਹੀਂ ਵਿੰਗਾ ਕਰ ਸਕਦਾ। ਨਾਲੇ ਹੁਣ ਕਰਕੇ ਦਿਖਾ ਦੇਣ ਇਹ ਜਿਹੜੀ ਹੁਣ ਸਰਕਾਰ ਬਣੀ, ਜਿਹੜੀ ਡੰਗ ਜਿਹੜੀਆਂ ਉਹ ਮਾਰਦੇ ਸੀ ਚਾਰਾਂ ਕਿ ਜੀ ਐਂ ਕਰ ਦਿਆਂਗੇ, ਬਾਦਲਾਂ ਦੀਆਂ ਬੱਸਾਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, 2 ਬੱਸਾਂ ਫੜ ਲਈਆਂ 4 ਛੱਡਤੀਆਂ, ਇਹ ਆਈ ਹੋਣਾ। ਕੋਈ ਬੰਦਾ ਸਿਆਸਤ ਦੇ ਵਿੱਚ ਲੰਮੀ ਦੁਸ਼ਮਣੀ ਨਹੀਂ ਪਾਉਂਦਾ ਹੁੰਦਾ। ਜੀ। ਤੋ ਇਸ ਕਰਕੇ ਰਾਜਾ ਵੜਿੰਗ ਜੀ ਕਹੀਏ ਨਾ 4 ਬੱਸਾਂ ਜੀ ਉਹਨਾਂ ਦੀਆਂ ਖੋਖੇ ਢਾਹ ਤੇ ਮੈਂ ਉਹ ਕਰਤਾ ਆਹ ਕਰਤਾ, ਇਹ ਇੰਨਾ ਕੀ ਡਰਾਮਾ ਹੋਣਾ। ਔਰ 3 ਮਹੀਨਿਆਂ ਦੇ ਵਿੱਚ ਇਹਨਾਂ ਦੀਆਂ ਡਾਡਾਂ ਨਿਕਲ ਜਾਣੀਆਂ, ਇਹਨਾਂ ਨੂੰ ਪਤਾ ਲੱਗ ਜਾਣਾ ਕਿ 3 ਮਹੀਨਿਆਂ 'ਚ ਅਸੀਂ ਕੁਝ ਨਹੀਂ ਕਰ ਸਕੇ। ਸਿਰਫ ਲੋਕਾਂ ਨੂੰ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ ਕਿ ਇੱਕ ਵਾਰੀ ਫੇਰ ਸਰਕਾਰ ਬਣਾ ਦਿਓ, ਜਿਵੇਂ ਬਾਦਲ ਸਾਹਿਬ ਕਹਿੰਦੇ ਰਹੇ ਨੇ ਵੀਰੋ ਇੱਕ ਮੌਕਾ ਹੋਰ ਦੇ ਦਿਓ, ਮੇਰੀ ਜ਼ਿੰਦਗੀ ਦੀ ਇਹ ਆਖਰੀ ਜੰਗ ਹੈ। ਇਹ ਕਹਿ ਕੇ ਹੁਣ ਤੱਕ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਨੇ। ਹਰ ਸਿਆਸੀ ਪਾਰਟੀ ਬਣਾਉਂਦੀ। ਅਰਵਿੰਦ ਕੇਜਰੀਵਾਲ ਕਹਿੰਦਾ ਸੀਗਾ ਕਿ ਮੈਨੂੰ ਮਾਫ ਕਰ ਦਿਓ, ਤੇ 2.5 ਟੋਟ ਰੂਣੀ ਇਹਨੂੰ ਕਹਿੰਦੇ ਵੀ ਹਾਂ ਤੈਨੂੰ ਮਾਫ ਕੀਤਾ। ਸੋ ਇਹ ਸਾਰੇ ਲੋਕਾਂ ਦਾ ਮੂਲ ਮਕਸਦ ਸੱਤਾ ਤੇ ਕਾਬਜ਼ ਹੋਣਾ, ਲੋਕਾਂ ਨੂੰ ਗੁੰਮਰਾਹ ਕਰਨਾ, ਲੋਕਾਂ ਨਾਲ ਫਰੇਬ ਕਰਨਾ, ਧੋਖਾ ਦੇਣਾ। ਪਰ ਲੋਕਾਂ ਦੀ ਜੀਵਨ ਪੱਧਰ ਹੈ ਜਿਹੜਾ, ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਉਹਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ। ਸੁਖਬੀਰ ਬਾਦਲ ਕਹਿੰਦਾ 5 ਲੱਖ ਮੈਂ ਘਰ ਬਣਾ ਦੂੰਗਾ, ਉਹ ਪੜੂਗਾ 5 ਲੱਖ ਘਰ ਬਣਾਉਣ ਦੀ ਤੂੰ ਅੱਜ ਗੱਲ ਕਰਦਾ ਹੈ, ਜਦੋਂ 10 ਸਾਲ ਤੁਹਾਡੀ ਸਰਕਾਰ ਰਹੀ ਹੈ ਉਦੋਂ ਬਣਾ ਦਿੰਦਾ। ਹੁਣ ਉਹ ਕਹਿੰਦਾ ਜੀ ਮੈਂ ਇੱਕ ਵੱਖਰਾ ਮੰਤਰਾਲਾ ਬਣਾਉਂਗਾ, ਕੰਡੀ ਏਰੀਏ ਜਿਹੜਾ ਉੱਥੋਂ ਦਾ ਸਰਬਪੱਖੀ ਵਿਕਾਸ ਕਰੂੰਗਾ। ਇਹ ਮਤਲਬ ਸਾਰੇ ਲੋਕ ਨੇ ਜਿਹੜੇ ਸਿਆਸਤਦਾਨ ਬੜੇ ਮਤਲਬ ਬੇਸ਼ਰਮ ਕਿਸਮ ਦੇ ਗੱਪੀ ਹੁੰਦੇ ਨੇ। ਇਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਇਹ ਨਹੀਂ ਕਹਾਂਗਾ ਕਿ ਤੁਸੀਂ ਕਿਸੇ ਮਤਲਬ ਜੇ ਭਾਜਪਾ ਦਾ ਕੋਈ ਆਗੂ ਆਇਆ ਉਹਦੇ ਮਗਰ ਪੈ ਜਾਓ ਡਾਂਗਾ ਲੈ ਕੇ। ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਵੋਟ ਦੀ ਤਾਕਤ ਹੈ। ਭਾਜਪਾ ਨੂੰ ਤੁਸੀਂ ਭਜਾਓ, ਤੁਸੀਂ ਚੋਣਾਂ 'ਚ ਭਜਾਓ ਭਾਜਪਾ ਨੂੰ, ਨਾ ਪਾਓ ਵੋਟ ਤੁਸੀਂ। ਇਹ ਕੀ ਹੋਇਆ ਵੀ ਇੱਕ ਜੇ ਭਾਜਪਾ ਦਾ ਕੋਈ ਆਗੂ ਆ ਗਿਆ ਹਨਾ ਤੇ ਉਹਦੇ ਕਾਰ ਦੇ ਸ਼ੀਸ਼ੇ ਭੰਨ ਤੇ ਜਾਂ ਉਹਦੀ ਗੱਡੀ ਮਗਰ ਡੰਡੇ ਲੈ ਕੇ ਪੈ ਗਏ, ਜੇ ਹੋਟਲ 'ਚ ਵੜ ਗਿਆ ਤਾਂ ਉਹਦੇ ਮਗਰ ਪੈ ਗਏ। ਮਤਲਬ ਇਹ ਵਿਰੋਧ ਕਰਨ ਦਾ ਤਰੀਕਾ ਨਹੀਂ। ਲੋਕਤੰਤਰ ਦੇ ਵਿੱਚ ਸਭ ਤੋਂ ਜੇ ਕੋਈ ਵੱਡੀ ਤੁਹਾਡੇ ਕੋਲੇ ਤਾਕਤ ਹੈ ਤਾਂ ਉਹ ਵੋਟ ਦੀ, ਉਹਦਾ ਇਸਤੇਮਾਲ ਕਰੋ ਤੁਸੀਂ ਔਰ ਸਮਝ ਕੇ ਪਾਓ। ਫਰਕ ਇੰਨਾ ਹੀ ਹੁੰਦਾ ਸਿਆਸਤ 'ਚ, ਕੋਈ ਘੱਟ ਬੇਈਮਾਨ ਹੈ, ਕੋਈ ਵੱਧ ਬੇਈਮਾਨ ਹੈ, ਕੋਈ ਉਸ ਤੋਂ ਵੀ ਵੱਧ ਬੇਈਮਾਨ ਹੈ, ਕੋਈ ਸੁਦਾ ਹੀ ਬੇਈਮਾਨ ਹੈ। ਤੋ ਇਸ ਕਰਕੇ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਬੇਈਮਾਨ ਨੂੰ ਤੁਸੀਂ ਵੋਟ ਪਾਓ। ਬਿਲਕੁਲ ਬਲਜੀਤ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਚੰਗੇ ਨੂੰ ਇੱਥੇ ਹੀ ਸਮੇਟਦੇ ਹਾਂ। ਪਰ ਹਾਂ, ਸੁਖਬੀਰ ਬਾਦਲ ਦੇ 5 ਲੱਖ ਘਰ ਦੇਣ ਦੇ ਵਾਅਦੇ ਦੀ ਗੱਲ ਕਰਾਂਗੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੀ ਗੱਲ ਕਰਾਂਗੇ, ਤੇ ਗੱਲ ਹੋਰ ਬਹੁਤ ਸਾਰੇ ਮੁੱਦਿਆਂ ਤੇ ਕਰਾਂਗੇ। ਗੱਲ ਕਰਨੀ ਤਾਂ ਇਸ ਤੇ ਵੀ ਬਣਦੀ ਹੈ ਕਿ ਕਿਸ ਤਰ੍ਹਾਂ ਕਸ਼ਮੀਰ ਚੋਂ ਆਪਣੇ ਹੀ ਘਰਾਂ ਚੋਂ ਲੋਕ ਕੱਢੇ ਜਾ ਰਹੇ ਨੇ, ਡਰਾਏ ਜਾ ਰਹੇ ਨੇ। ਸੋ ਇਹਨਾਂ ਮਸਲਿਆਂ ਤੇ ਗੱਲ ਕਰਾਂਗੇ, ਕੱਲ ਕਰਾਂਗੇ, ਫਿਰ ਮਿਲਾਂਗੇ। ਔਰ ਇਸੇ ਤਰ੍ਹਾਂ ਵੇਖਦੇ ਰਹੋ HSN TV ਤੇ ਮੈਨੂੰ ਤੇ ਸਾਡੇ ਮਾਹਿਰ ਮਹਿਮਾਨ ਬਲਜੀਤ ਸਿੰਘ ਜੀ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਧੰਨਵਾਦ।